ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਜੀ 6 ਸਾਲ ਹੋ ਗਏ ਇਹਨਾਂ ਨੂੰ ਦੇਸ਼ ਦੇ ਵਿੱਚ ਸਰਕਾਰ ਚਲਾਉਂਦੇ, ਮਗਰ ਮੈਂ ਇਹਨਾਂ ਨੂੰ ਚਾਹਾਂਗਾ ਕਿ ਜਿਹੜੀ ਦੇਸ਼ ਦੀ ਸਰਕਾਰ ਚਲਾ ਰਹੇ ਮੋਦੀ ਸਾਹਿਬ ਖੁਦ ਨਹੀਂ ਚਲਾ ਰਹੇ, ਇਹਨਾਂ ਨੂੰ ਚਲਾ ਰਹੇ ਅੰਡਾਨੀ, ਅਬਾਨੀ ਤੇ ਆਰਐਸਐਸ। ਕਿਸੇ ਨੂੰ ਕੋਈ ਦਰਦ ਹੁੰਦਾ ਨਾ ਤੇ ਉਹੀ ਜਾਂਦਾ। ਤੁਹਾਡੇ ਬੀਜੇਪੀ ਦੇ ਲੀਡਰ ਕਿਹੜੇ ਉੱਥੇ ਗਏ ਸੀ? ਜਾਂ ਜੋਗੀ ਸਰਕਾਰ ਖੜਾ ਖੁਦ ਉੱਥੇ ਸੀਐਮ ਸਾਹਿਬ ਉੱਥੇ ਗਏ, ਤੇ ਜਾਂ ਮੋਦੀ ਸਾਹਿਬ ਦਾ ਕੋਈ ਬਿਆਨ ਆਇਆ? ਇਹਨਾਂ ਨੇ ਨਾ ਬਿਆਨ ਆਏ ਤੇ ਨਾ ਉੱਥੇ ਗਏ। ਅਗਰ ਦੂਸਰਾ ਕੋਈ ਚਲੇ ਜਾਂਦਾ, ਉਹਦੇ ਦਰਦ ਨੂੰ ਇਹ ਦਰਦ ਨਹੀਂ ਸਮਝਦੇ, ਉਹਨੂੰ ਇਹ ਨੋਟੰਕੀ ਸਮਝਦੇ ਆ। ਤੇ ਅਗਰ ਕੋਈ ਆਪਣਾ ਦਿਲ ਦਾ ਦਰਦ ਸਮਝ ਕੇ ਜਾਂਦਾ ਆ ਤੇ ਉਹਨੂੰ ਗਲਤ ਕਹਿੰਦੇ ਆ। ਜਦੋਂ ਕਿਸੇ ਪਰਿਵਾਰ ਦੇ ਪ੍ਰਧਾਨ ਮੰਤਰੀ ਦਾ ਬੱਚਾ ਹੀ ਨਹੀਂਗਾ ਕੋਈ, ਤੇ ਨਾ ਜੋਗੀ ਦਾ ਹੈਗਾ, ਇਹਨਾਂ ਨੂੰ ਪਤਾ ਹੀ ਨਹੀਂ ਦੁੱਖ ਦਰਦ ਕਿਸੇ ਗਰੀਬ ਦਾ ਕੀ ਰੱਖੋਗੇ। ਬੱਚਾ ਤੇ ਬੱਚਾ ਹੀ ਆ, ਭਾਵੇਂ ਗਰੀਬ ਦਾ ਹੋਵੇ ਤੇ ਭਾਵੇਂ ਅਮੀਰ ਦਾ ਹੋਵੇ। ਉਸ ਬੱਚੇ ਦਾ ਦੁੱਖ ਦਰਦ ਸਮਝਣ ਵਾਸਤੇ ਨਾ ਤੇ ਦਿਲ ਦੀ ਤਾਕਤ ਚਾਹੀਦੀ ਆ। ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਆ ਤੇ ਸਾਡੇ ਦਿਲ ਨੂੰ ਦੇਸ਼ ਪਹੁੰਚਦੀ ਆ, ਸਾਡਾ ਦਿਲ ਝੰਜੋੜਦਾ ਆ ਕਿ ਇਹ ਸਾਡੇ ਦੇਸ਼ ਦੇ ਵਿੱਚ ਇਹੋ ਜਿਹੀ ਘਟਨਾਵਾਂ ਹੋ ਰਹੀਆਂ, ਸਾਡਾ ਖੂਨ ਉਬਾਲ ਮਾਰਦਾ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਬੈਠਾ ਹੈ, ਇਹਦਾ ਦੇਸ਼ ਆਪਣਾ ਖੂਨ ਪਾਣੀ ਆ, ਇਹਨੇ ਪਾਣੀ ਕਰਦਾ ਆਪਣਾ ਖੂਨ, ਤੇ ਜਾਂ ਇਹਨੇ ਬੀਜੇਪੀ ਲੀਡਰਾਂ ਨੇ ਖੂਨ ਪਾਣੀ ਕਰ ਦਿੱਤਾ, ਇਹਨੂੰ ਨਹੀਂ ਦਿਖਦਾ। ਅੱਜ ਦੇਖੋ ਤੁਸੀਂ ਆਰਐਸ ਤੇ ਮੋਦੀ ਦੇ ਬੰਦੇ ਸਾਰੇ ਲੈ ਲਓ, ਹਾਈ ਕੋਰਟ 'ਚ ਇਹਨਾਂ ਦੇ ਬੰਦੇ, ਸੁਪਰੀਮ ਕੋਰਟ 'ਚ ਇਹਨਾਂ ਦੇ ਬੰਦੇ, ਹਰ ਸੈਂਟਰ ਦੇ ਮਹਿਕਮੇ 'ਚ ਇਹਨਾਂ ਦੇ ਬੰਦੇ, ਹਰ ਡਿਪਾਰਟਮੈਂਟ 'ਚ ਇਹਨਾਂ ਦੇ ਬੰਦੇ। ਇਨਸਾਫ ਕਿੱਥੋਂ ਮਿਲੂਗਾ? ਕਿਸਾਨਾਂ ਨੇ ਜਿਹੜੇ ਬਿੱਲ ਨੇ ਪਾਸ ਕਰਾਏ ਆ ਧੱਕੇ ਦੇ ਨਾਲ ਲੋਕ ਸਭਾ ਰਾਜ ਸਭਾ ਦੇ ਵਿੱਚ, ਆਪਣੇ ਰਾਸ਼ਟਰਪਤੀ ਕੋ ਉਸੇ ਟਾਈਮ ਉਹਨੂੰ ਫੜਦਾ, ਉਹਨੂੰ ਫਾੜ ਕੇ ਭੁਆ ਕੇ ਸੁੱਟ ਦਿੰਦਾ ਕਿ ਲਓ ਜੀ ਮੇਰੀ ਜੇ ਦੇਸ਼ ਨਾਰਾਜ਼ ਹੈ ਮੇਰੇ ਕੋਲ, ਤਾਂ ਮੈਨੂੰ ਇਹ ਕੀ ਕਰਨੇ ਇਹੋ ਜਿਹੇ ਬਿੱਲ। ਦੇਸ਼ ਦਾ ਨਹੀਂ ਸੋਚਣਾ। ਕਿਤੇ ਵੀ ਸਟੇਟ ਹੈ ਨਾ, ਜਿੱਥੇ ਵੀ ਸਾਡੇ ਕੋਈ ਬੰਦੇ ਆ, ਉਹਨੂੰ ਤੋੜ ਕੇ ਐਮਐਲਏ ਉਰੇ ਖਰੀਦ ਕੇ ਸਰਕਾਰ ਨੂੰ ਖਤਮ ਕਰ ਦਿਓ ਤੇ ਆਪਣੀ ਸਰਕਾਰ ਲੈ ਆਓ। ਸਿਰਫ ਇਹ ਸਟੇਟਾਂ ਦੇ ਕਬਜ਼ੇ ਕਰ ਰਹੇ ਆ, ਦੇਸ਼ ਦਾ ਕੁਝ ਨਹੀਂ ਕਰ ਰਹੇ। ਸਾਡੇ ਭਗਤ ਸਿੰਘ ਜੀ ਹੁਣਾਂ ਨੇ ਨਾਰਾ ਦਿੱਤਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇ ਹੈ। ਮੈਂ ਉਸ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਆ ਕਿ ਸਾਡਾ ਦੇਸ਼ ਦਾ ਯੁਵਾ ਨੌਜਵਾਨ ਅੱਜ ਹੋਸ਼ 'ਚ ਆ ਗਿਆ ਆ। ਉਹ ਤੁਹਾਨੂੰ ਪਤਾ ਨਹੀਂ ਲੱਗਣਾ ਜਦੋਂ ਤੁਹਾਡੀਆਂ 303 ਜਿਹੜੀਆਂ ਸੀਟਾਂ ਨਾ, ਤੁਸੀਂ ਲੋਕ ਸਭਾ 'ਚ ਮੈਜੋਰਟੀ 'ਚ ਬੈਠੇ ਹੋ, ਕਦੋਂ ਤੁਹਾਨੂੰ 2 'ਚ ਲਿਆ ਕੇ ਸੁੱਟੇਗਾ। ਤੁਹਾਡੀ ਜਿਹੜੀ ਕੁਰਸੀ ਦੀਆਂ 4 ਲੱਤਾਂ ਨਾ ਕਦੋਂ ਟੁੱਟਣੀਆਂ ਇਹ ਤੁਹਾਨੂੰ ਪਤਾ ਲੈਣਾ। ਰਾਹੁਲ ਗਾਂਧੀ ਜਿਹੜਾ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਆ, ਮੋਦੀ ਕਿਉਂ ਨਹੀਂ ਆਇਆ? ਉਹਨਾਂ ਦੇ ਬੀਜੇਪੀ ਦੇ ਲੀਡਰ ਕਿਉਂ ਨਹੀਂ ਜਾਇਆ? ਇਹਨਾਂ ਨੂੰ ਤਾਂ ਜਦੋਂ ਪਿੰਡਾਂ 'ਚ ਜਾਣਾ ਇਹਨਾਂ ਨੂੰ ਜੁੱਤੀਆਂ ਦੇ ਹਾਰ ਪੈਣੇ, ਇਹਨਾਂ ਨੂੰ ਡੰਡੇ ਵੱਜਣੇ। ਗਾਂ ਇਲੈਕਸ਼ਨ ਆਉਣ ਵਾਲੇ ਤੁਸੀਂ ਦੇਖਣਾ, ਬੀਜੇਪੀ ਨੂੰ ਤਾਂ ਕੁੱਟ ਪੈਣੀ, ਪੂਰੀ ਕੱਢ ਕੇ ਮਾਰਦਾ ਉਹਨਾਂ ਨੇ। ਇਹ ਕਹਿੰਦੇ ਕਿਸਾਨਾਂ ਦੇ ਵੀ ਕਹਿਣਾ ਵੀ ਰਾਹੁਲ ਜੀ ਨੂੰ ਵੀ ਨਹੀਂ ਪਤਾ ਵੀ ਝੋਨੇ ਦੀ ਫਸਲ ਕੀ ਹੁੰਦੀ ਹੈ, ਕਣਕ ਕੀ ਹੁੰਦੀ ਆ, ਜਵਾਰ ਕੀ ਹੁੰਦੀ ਆ। ਕਿ ਲੱਗਦਾ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਹੈਗੀ ਹੈ? ਦੇਖੋ ਜੀ, ਇਹ ਕਿਸਾਨ ਨਹੀਂ ਕਹਿੰਦੇ, ਇਹ ਜਿਹੜੇ ਸਿਆਸੀ ਪਾਰਟੀ ਦੇ ਜਿਹੜੇ ਦੂਸਰੀਆਂ ਪਾਰਟੀਆਂ ਨਾ, ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਦੁਬਾਰਾ। ਤੁਸੀਂ ਸੋ ਕਹ ਲਓ, ਅਕਾਲੀ ਦਲ ਲਾ ਲਓ, ਆਪਣੀ ਲਾ ਲਓ, ਬੀਜੇਪੀ ਲਾ ਲਓ, ਇਹਨਾਂ ਕੋਈ ਮੁੱਦਾ ਤੇ ਹੋਰ ਕੋਈ ਲੱਭਦਾ ਨਹੀਂ ਆ। ਇਹ ਮੁੱਦਾ ਇਹ ਚੱਕਣ ਨੂੰ ਫਿਰਦੇ ਆ। ਉਹਨਾਂ ਨੂੰ ਕੀ ਲੋੜ ਆ ਜੀ? ਮੋਦੀ ਦੇ ਕਿਸਾਨ, ਮੋਦੀ ਨੇ ਝੋਨਾ ਲਾਉਂਦਾ ਸੀ ਤੇ ਜਾਂ ਇਹਨਾਂ ਦਾ ਕੋਈ ਬੀਜੇਪੀ ਦੇ ਮੰਤਰੀ ਝੋਨੇ ਲਾਉਂਦੇ ਸੀ। ਇਹ ਤਾਂ ਕਿਸਾਨ ਦੇ ਦਿਹਾੜੀ ਤੱਕ ਨਹੀਂ ਲਾਉਂਦੇ ਹੋਣੇ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਹਾਥਰਸ ਨੂੰ ਲੈ ਕੇ, ਜਿੱਥੇ ਕਿ ਮਨੀਸ਼ਾ 19 ਸਾਲ ਦੀ ਜਿਹੜੀ ਲੜਕੀ ਇੱਕ ਦਲਿਤ ਪਰਿਵਾਰ ਨਾਲ ਜਿਹੜੀ ਸੰਬੰਧ ਰੱਖਦੀ ਸੀ ਅਤੇ ਉੱਤਰ ਪ੍ਰਦੇਸ਼ ਵਿੱਚ ਜਿਹੜਾ ਉਸ ਲੜਕੀ ਨਾਲ ਜਿਹੜਾ ਅਤਿਆਚਾਰ ਕੀਤਾ ਗਿਆ, ਬਲਾਤਕਾਰ ਕੀਤਾ ਗਿਆ, ਉਸ ਦੀ ਲਹਿਰ ਨੂੰ ਲੈ ਕੇ ਪੂਰੇ ਦੇਸ਼ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਉੱਥੇ ਅੱਜ ਪੰਜਾਬ ਬੰਦ ਦੀ ਵੀ ਜਿਹੜੀ ਕਾਲ ਦਿੱਤੀ ਗਈ ਸੀ ਦਲਿਤ ਭਾਈਚਾਰੇ ਵੱਲੋਂ। ਵੱਖ-ਵੱਖ ਪਾਰਟੀਆਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਸਮਰਥਨ ਦਿੱਤਾ ਅਤੇ ਸਾਡਾ ਇੱਕ ਸਿਆਸੀ ਪਾਰਟੀ ਦੇ ਲੀਡਰ ਸਾਡਾ ਗੱਲਬਾਤ ਕਰਨ ਨੂੰ ਤਿਆਰ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਸਭ ਤੋਂ ਪਹਿਲਾਂ ਤੁਹਾਡਾ ਪੰਜਾਬੀ ਲੋਕ ਚੈਨਲ। ਮੈਂ ਧੰਨਵਾਦ ਕਰਦਾ ਜੀ ਪੰਜਾਬੀ ਲੋਕ ਚੈਨਲ ਦਾ, ਜਿਨ੍ਹਾਂ ਨੇ ਦੇਸ਼ ਦੀ ਆਵਾਜ਼ ਚੱਕਣ ਵਾਸਤੇ ਸਾਨੂੰ ਟਾਈਮ ਦਿੱਤਾ। ਅੱਜ ਤੁਸੀਂ ਕੀ ਕੀਤਾ ਜਿਹੜਾ ਅੱਜ ਮਨੀਸ਼ਾ ਜਿਹੜਾ ਜਿੰਨਾ ਬਲਾਤਕਾਰ ਹੋਇਆ ਸੀ, ਇੱਕ ਜਿਹੜੀ ਧੀ ਨਾਲ ਦਲਿਤ ਪਰਿਵਾਰ ਦੇ ਨਾਲ, ਅੱਜ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜਾ ਪ੍ਰੋਟੈਸਟ ਕੀਤਾ ਗਿਆ? ਦੇਖੋ ਜੀ, ਮੈਂ ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਜੀ 6 ਸਾਲ ਹੋ ਗਏ ਇਹਨਾਂ ਨੂੰ ਦੇਸ਼ ਦੇ ਵਿੱਚ ਸਰਕਾਰ ਚਲਾਉਂਦੇ, ਮਗਰ ਮੈਂ ਇਹਨਾਂ ਨੂੰ ਚਾਹਾਂਗਾ ਕਿ ਜਿਹੜੀ ਦੇਸ਼ ਦੀ ਸਰਕਾਰ ਚਲਾ ਰਹੇ ਮੋਦੀ ਸਾਹਿਬ ਖੁਦ ਨਹੀਂ ਚਲਾ ਰਹੇ, ਇਹਨਾਂ ਨੂੰ ਚਲਾ ਰਹੇ ਅੰਡਾਨੀ, ਅਬਾਨੀ ਤੇ ਆਰਐਸਐਸ। ਕਿਉਂਕਿ ਇਹ ਇੱਕ ਪੁਤਲੇ ਆ, ਪੁਤਲੇ ਹੁੰਦਾ ਨਾ ਜਿਹੜਾ ਕਠਪੁਤਲੀ ਖੇਡਦੇ ਆ, ਉਹ ਪੁਤਲੇ ਆ ਜੀ। ਉਹ ਚਲਾਈ ਜਾਂਦੇ ਆ, ਜਿਸ ਤਰ੍ਹਾਂ ਉਹ ਕਹੀ ਜਾਂਦੇ ਉਸ ਤਰ੍ਹਾਂ ਇਹ ਕਰੀ ਜਾਂਦੇ ਪਏ ਆ। ਤੇ ਦੇਖੋ ਕਿੱਡੀ ਵੱਡੀ ਦੇਸ਼ ਦੇ ਵਿੱਚ ਘਟਨਾਵਾਂ ਹੋਣ ਰਹੀਆਂ, ਮੋਦੀ ਸਾਹਿਬ ਇੱਕ ਸ਼ਬਦ ਨਹੀਂ ਬੋਲਦੇ। ਦੇਸ਼ ਦੇ ਵਿੱਚ ਵੇਖੋ, ਹਾਥਰਸ ਦੇ ਵਿੱਚ 14 ਸਤੰਬਰ ਨੂੰ ਇੱਕ ਬੇਟੀ ਮਨੀਸ਼ਾ, ਪੂਰੇ ਦੇਸ਼ ਦੀ ਬੇਟੀ ਆ, ਮੈਨੂੰ ਜਾਤ ਪਾਤ ਧਰਮ ਦੇ ਨਾਲ ਨਹੀਂ ਜੋੜੂੰਗਾ। ਦੇਸ਼ ਦੀ ਬੇਟੀ 19 ਸਾਲ ਦੀ ਜਿਹੜੀ ਮਨੀਸ਼ਾ ਸੀ, ਉਹਦੇ ਨਾਲ ਗੈਂਗ ਰੇਪ ਕੀਤਾ ਗਿਆ। ਉਹਦੀ ਮਾਂ ਜਿਹੜੀ ਸੀ ਖੇਤਾਂ ਦੇ ਵਿੱਚ ਕੰਮ ਕਰ ਰਹੀ ਸੀ, ਘਾਹ ਵੱਢ ਰਹੇ ਸੀ, ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਦੂਰ ਜਾ ਕੇ ਉਹਨਾਂ ਦੀ ਜਿਹੜੀ ਬੇਟੀ ਸੀ ਉਹ ਵੀ ਘਾਹ ਵੱਢ ਰਹੀ ਸੀ। ਉੱਥੇ ਕੋਈ 4 ਲੜਕੇ ਜਿਹੜੇ ਆਏ ਸੀ, ਉਹਨੂੰ ਜ਼ਬਰਦਸਤੀ ਬਾਜਰੇ ਦੇ ਖੇਤ ਵਿੱਚ ਲੈ ਗਏ ਤੇ ਉਹਦੇ ਨਾਲ ਜ਼ਬਰ ਜ਼ਬਾਨ ਕੀਤਾ ਤੇ ਉਹਦੇ ਨਾਲ ਰੇਪ ਕੀਤਾ ਗਿਆ ਯਾਰ ਗੈਂਗਸਟਰਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ,
ਉਹ ਬੋਲ ਨਾ ਸਕੇ ਤੇ ਉਹਦੀ ਜੀਭ ਕੱਟ ਦਿੱਤੀ, ਉਹ ਚੱਲ ਫਿਰ ਨਾ ਸਕੇ ਤੇ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ। ਕਿ ਮਤਲਬ ਇੰਨੀ ਕਿ ਉਹਦੀ ਹਾਲਤ ਖਰਾਬ ਕਰਤੀ ਕਿ ਉਹਨੂੰ ਹਸਪਤਾਲ 'ਚ ਦਾਖਲ ਕਰਾਉਣਾ ਪੈ ਗਿਆ। ਦਿੱਲੀ ਲੈ ਜਾਣਾ ਪਿਆ ਸਫਦਰਜੰਗ ਹਸਪਤਾਲ 'ਚ, ਜਿਹਦੇ ਵਿੱਚ ਉਹਦਾ ਇਲਾਜ ਚੱਲਿਆ ਤੇ ਬਾਅਦ ਵਿੱਚ ਉਹਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਇਹਨਾਂ ਨੇ ਆਪਣੀ ਦਾਲ 'ਚ ਤਾਂ ਕਾਲਾ ਕੁਛ ਹੈਗਾ ਸੀ, ਇਹਨਾਂ ਨੇ ਆਪਣੀ ਸਰਕਾਰ ਨੂੰ ਬਦਨਾਮ ਨਾ ਹੁੰਦੇ ਹੋਏ, ਜੋਗੀ ਸਰਕਾਰ ਤੇ ਮੋਦੀ ਸਰਕਾਰ ਨੇ, ਇਹਨਾਂ ਨੇ ਉਹਨਾਂ ਨੂੰ ਕੀ ਕੀਤਾ, ਰਾਤ ਵੇਲੇ 2:30 ਵਜੇ ਉਹਨੂੰ ਜਲਾ ਦਿੱਤਾ ਪੁਲਿਸ ਦੀ ਨਿਗਰਾਨੀ 'ਚ। ਪਰਿਵਾਰ ਨੂੰ ਨਾ ਦਿਖਾਇਆ ਗਿਆ, ਨਾ ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਸੀ ਨਾ ਉਹਨਾਂ ਨੂੰ ਚਿਹਰਾ ਵੀ ਵਿਖਾਇਆ ਗਿਆ। ਇਹਨਾਂ ਨੇ ਆਪਣਾ ਫਟਾਫਟ ਉਹਦਾ ਸੰਸਕਾਰ ਕਰਤਾ। ਤੇ ਕਿਹੜੇ ਕਾਨੂੰਨ 'ਚ, ਕਿਹੜੇ ਲੋਕਤੰਤਰ 'ਚ ਤੇ ਕਿਹੜੇ ਦੇਸ਼ ਦੇ ਵਿੱਚ ਜਿਹੜਾ ਰਾਤ ਵੇਲੇ ਜਲਾਉਂਦੇ ਆ, ਉਹ ਹਾਲਾਤ ਇਹਨਾਂ ਨੇ ਉਸ ਟਾਈਮ ਬਣਾਤੇ। ਫਿਰ ਦੇਖੋ ਤੁਸੀਂ ਉਸ ਪਰਿਵਾਰ ਤੇ ਦੇਖੋ, ਜਿਹੜੇ ਦੋਸ਼ੀ ਆ ਉਹਨਾਂ ਨੂੰ ਇਹਨਾਂ ਗ੍ਰਿਫਤਾਰ ਤਾਂ ਕੀਤਾ ਆ, ਮਗਰ ਜਿਹੜੇ ਪਰਿਵਾਰ 'ਚ ਜਿਨ੍ਹਾਂ ਨਾਲ ਐਡਾ ਵੱਡੀ ਘਟਨਾ ਹੋ ਗਈ ਉਸ ਪਰਿਵਾਰ ਨੂੰ ਨਜ਼ਰਬੰਦ ਕਰਤਾ। ਦੇਖੋ ਉੱਥੇ ਮੀਡੀਆ ਨਹੀਂ ਜਾਣ ਦਿੱਤੀ ਇਹਨਾਂ ਨੇ। ਫਿਰ ਇਹਨਾਂ ਨੇ ਜਿਹੜੇ ਮੀਡੀਆ ਨੂੰ ਪ੍ਰੋਟੈਸਟ ਕੀਤਾ, ਉੱਥੇ ਮੀਡੀਆ ਦੇ ABP ਵਾਲਿਆਂ ਦੀ ਸੀਗੀ ਮੈਡਮ ਇੱਕ, ਉਹਨਾਂ ਨੇ ਧਰਨੇ ਲਾ ਕੇ ਬਹਿ ਗਈ। ਫਿਰ ਇਹਨਾਂ ਨੇ ਇੱਕ ਦਿਨ ਬਾਅਦ ਉਹਨੂੰ ਪ੍ਰੋਟੈਸਟ ਕਰਕੇ ਬੜੀ ਮੁਸ਼ਕਿਲ ਦੇ ਨਾਲ ਮੀਡੀਆ ਨੂੰ ਅੱਗੇ ਜਾਣ ਦਿੱਤਾ। ਫਿਰ ਤੁਸੀਂ ਦੇਖੋ ਰਾਹੁਲ ਗਾਂਧੀ ਜੀ, ਸਾਡੇ ਰਾਹੁਲ ਗਾਂਧੀ ਜੀ ਤੇ ਪ੍ਰਿਯੰਕਾ ਗਾਂਧੀ ਜੀ, ਜਿਨ੍ਹਾਂ ਨੇ ਉਸ ਪਰਿਵਾਰ ਦੇ ਦਰਦ ਨੂੰ ਸਮਝਣ ਵਾਸਤੇ, ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਉਸ ਉਹਨਾਂ ਦੇ ਏਰੀਏ ਵਿੱਚ ਹਾਥਰਸ ਦੇ ਵਿੱਚ ਗਏ, ਮਗਰ ਇਹ ਜੋਗੀ ਸਰਕਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਪੂਰੀ ਕੀਤੀ। ਫਿਰ ਉਹਨਾਂ ਨੂੰ ਧੱਕੇ ਮਰਵਾਏ ਪੁਲਿਸ ਕੋਲੋਂ। ਵੇਖੋ ਉਹ ਧੱਕੇ ਮਰਵਾਏ, ਜ਼ਮੀਨ ਤੱਕ ਛੋੜਦਾ ਰਾਹੁਲ ਗਾਂਧੀ ਜੀ ਤੇ ਜਿਹੜਾ ਇਹਨਾਂ ਨੇ ਹੱਥ ਚੱਕਿਆ, ਉਹ ਬਹੁਤ ਹੀ ਗਲਤ ਤਰ੍ਹਾਂ ਦਾ ਜਿਹੜਾ ਕੰਮ ਸੀ। ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ, ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਦੇ ਬੱਚਿਆਂ ਨੂੰ ਤੁਸੀਂ ਧੱਕੇ ਮਾਰ ਰਹੇ ਹੋ ਤੇ ਤੁਸੀਂ ਦੇਸ਼ ਨੂੰ ਕੀ ਸਮਝੋਗੇ? ਜਦੋਂ ਤੁਸੀਂ ਉਹ ਪਰਿਵਾਰ ਦੇ ਇੱਕ ਯੁਵਰਾਜ, ਇੱਕ ਪ੍ਰਿਯੰਕਾ ਗਾਂਧੀ ਨੂੰ, ਪਰਿਵਾਰ ਨੂੰ ਤੁਸੀਂ ਇਸ ਹਿਸਾਬ ਨਾਲ ਜ਼ਮੀਨਾਂ 'ਤੇ ਸੁੱਟ ਰਹੇ ਹੋ ਤੇ ਦੇਸ਼ ਦੀ ਤੁਹਾਡੇ ਸਾਹਮਣੇ ਤਾਂ ਕੋਈ ਔਕਾਤ ਹੀ ਨਹੀਂ ਆ। ਤੇ ਇਸ ਕਰਕੇ ਤੇ ਗਰੀਬ ਦੀ ਜਿਹੜੀ ਬੇਟੀ ਸੀ ਤੇ ਜਿਹੜੀ ਉਸ ਨਾਲ ਜਿਹੜੀ ਮੰਦੇ ਹਰਕਤ ਹੋਈ ਤੇ ਉਹਨੂੰ ਵਾਸਤੇ, ਉਹਨੂੰ ਇਨਸਾਫ ਦਿਵਾਉਣ ਵਾਸਤੇ ਰਾਹੁਲ ਗਾਂਧੀ ਜੀ ਉੱਥੇ ਪਹੁੰਚੇ ਸੀ। ਤੇ ਮਗਰ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤੇ ਆਪਣੀ ਰਾਜਨੀਤੀ ਚਮਕਾਉਣ ਆਏ ਆ। ਕਿਸੇ ਨੂੰ ਕੋਈ ਦਰਦ ਹੁੰਦਾ ਨਾ ਤੇ ਉਹੀ ਜਾਂਦਾ। ਤੁਹਾਡੇ BJP ਦੇ ਲੀਡਰ ਕਿਹੜੇ ਉੱਥੇ ਗਏ ਸੀ? ਜਾਂ ਜੋਗੀ ਸਰਕਾਰ ਖੜਾ ਖੁਦ ਉੱਥੇ CM ਸਾਹਿਬ ਉੱਥੇ ਗਏ ਤੇ ਜਾਂ ਮੋਦੀ ਸਾਹਿਬ ਦਾ ਕੋਈ ਬਿਆਨ ਆਇਆ? ਇਹਨਾਂ ਨੇ ਨਾ ਬਿਆਨ ਆਏ ਤੇ ਨਾ ਉੱਥੇ ਗਏ। ਅਗਰ ਦੂਸਰਾ ਕੋਈ ਚਲੇ ਜਾਂਦਾ, ਉਹਦੇ ਦਰਦ ਨੂੰ ਇਹ ਦਰਦ ਨਹੀਂ ਸਮਝਦੇ, ਉਹਨੂੰ ਇਹ ਨੋਟੰਕੀ ਸਮਝਦੇ ਆ। ਤੇ ਅਗਰ ਕੋਈ ਆਪਣਾ ਦਿਲ ਦਾ ਦਰਦ ਸਮਝ ਕੇ ਜਾਂਦਾ ਆ ਤੇ ਉਹਨੂੰ ਗਲਤ ਕਹਿੰਦੇ ਆ। ਹਾਂ, ਗੱਲ ਕਰੀਏ ਵੀਰ ਜੀ, ਜਿੱਥੇ ਕੀ ਕਿਹਾ ਜਾਂਦਾ ਵੀ ਲੋਕਾਂ ਵੱਲੋਂ ਵੀ ਗੱਲ ਕਹੀ ਜਾਂਦੀ ਆ ਵੀ ਮੋਦੀ ਪਰਿਵਾਰ ਦਾ ਪਰਿਵਾਰ ਹੈ ਨਹੀਂ ਆ, ਜੋਗੀ ਦਾ ਪਰਿਵਾਰ ਹੈ ਨਹੀਂ ਆ। ਉਹਨਾਂ ਨੂੰ ਲੋਕਾਂ ਦੇ ਜਿਹੜੇ ਦਰਦ ਦਾ ਨਹੀਂ ਪਤਾ ਵੀ ਦਰਦ ਕੀ ਹੁੰਦਾ ਵਾ, ਉਹਨਾਂ ਦੀਆਂ ਕੀ ਧੀਆਂ ਭੈਣਾਂ ਕੀ ਹੁੰਦੀ ਆ, ਪਰਿਵਾਰ ਕੀ ਹੁੰਦਾ। ਇਹ ਵੀ ਗੱਲ ਸੱਚ ਹੈਗੀ ਕਿ ਨਹੀਂ? ਦੇਖੋ ਜੀ, ਜਿਹੜੇ ਮੋਦੀ ਸਰਕਾਰ ਆ ਜੀ, ਮੋਦੀ ਸਾਹਿਬ ਸਾਡੇ, ਇਹ ਨਾ ਜਵਾਨੀ ਵੇਲੇ ਹੀ ਆਪਣੀ ਪਤਨੀ ਨੂੰ ਛੱਡ ਦਿੱਤਾ ਸੀ ਇਹਨਾਂ ਨੇ ਤੇ ਇਹ RSS ਦੇ ਜਿਹੜੇ ਵਿੱਚ ਚਲੇ ਗਏ ਸੀ। ਉਹਨਾਂ ਵਿੱਚ ਇਹਨਾਂ ਨੇ ਸਿੱਖਿਆ ਬੜਾ ਕੁਝ ਕੀਤਾ। ਬਾਅਦ 'ਚ ਇਹ ਗੁਜਰਾਤ ਦੇ CM ਬਣੇ। ਇਹਨਾਂ ਨੇ ਕੰਮ ਕੀਤਾ, ਆਪਣੇ ਪਰਿਵਾਰ ਵੱਲ ਦਾ ਧਿਆਨ ਦਿੱਤਾ ਹੀ ਨਹੀਂ ਕੁਛ ਵੀ। ਫਿਰ ਦੇਖੋ, ਜੇ ਕੋਈ ਆਪਣੇ ਬੱਚੇ ਦਾ ਜਿਹੜਾ ਪਰਿਵਾਰ ਦਾ ਦਰਦ ਹੁੰਦਾ ਨਾ, ਬੱਚੇ ਨੂੰ ਪਾਲਿਆ ਹੋਵੇ, ਉਹਨੂੰ ਕੀਤਾ ਹੋਵੇ, ਆਪਾਂ ਪਾਲ ਕੇ ਪੋਸ ਕੇ ਉਹਨੂੰ ਵੱਡਾ ਕੀਤਾ ਹੋਵੇ, ਔਰ ਇੱਕ ਇੱਕ ਦੁੱਖ ਦਰਦ ਦਾ ਸਾਨੂੰ ਪਤਾ ਹੁੰਦਾ ਕਿ ਇਹ ਨਾਰਾਜ਼ ਆ ਬੱਚਾ, ਜਾਂ ਖੁਸ਼ੀ ਆ, ਸੌਖਾ ਦੁੱਖ ਆ। ਜਦੋਂ ਕਿਸੇ ਪਰਿਵਾਰ ਦੇ ਪ੍ਰਧਾਨ ਮੰਤਰੀ ਦਾ ਬੱਚਾ ਹੀ ਨਹੀਂ ਗਾ ਕੋਈ, ਤਾਂ ਨਾ ਜੋਗੀ ਦਾ ਹੈਗਾ, ਇਹਨਾਂ ਨੂੰ ਪਤਾ ਹੀ ਨਹੀਂ ਦੁੱਖ ਦਰਦ ਕਿਸੇ ਗਰੀਬ ਦਾ ਕੀ ਰੱਖੋਗੇ। ਬੱਚਾ ਤੇ ਬੱਚਾ ਹੀ ਆ, ਭਾਵੇਂ ਗਰੀਬ ਦਾ ਹੋਵੇ ਤੇ ਭਾਵੇਂ ਅਮੀਰ ਦਾ ਹੋਵੇ। ਉਸ ਬੱਚੇ ਦਾ ਦੁੱਖ ਦਰਦ ਸਮਝਣ ਵਾਸਤੇ ਨਾ ਤੇ ਦਿਲ ਦੀ ਤਾਕਤ ਚਾਹੀਦੀ ਆ। ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਆ ਤੇ ਸਾਡੇ ਦਿਲ ਨੂੰ ਦੇਸ਼ ਪਹੁੰਚਦੀ ਆ, ਸਾਡਾ ਦਿਲ ਝੰਜੋੜਦਾ ਆ ਕਿ ਇਹ ਸਾਡੇ ਦੇਸ਼ ਦੇ ਵਿੱਚ ਇਹੋ ਜਿਹੀ ਘਟਨਾਵਾਂ ਹੋ ਰਹੀਆਂ, ਸਾਡਾ ਖੂਨ ਉਬਾਲ ਮਾਰਦਾ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਬੈਠਾ ਹੈ, ਇਹਦਾ ਦੇਸ਼ ਆਪਣਾ ਖੂਨ ਪਾਣੀ ਆ, ਇਹਨੇ ਪਾਣੀ ਕਰਦਾ ਆਪਣਾ ਖੂਨ, ਤੇ ਜਾਂ ਇਹਨੇ BJP ਲੀਡਰਾਂ ਨੇ ਖੂਨ ਪਾਣੀ ਕਰ ਦਿੱਤਾ। ਇਹਨੂੰ ਨਹੀਂ ਦਿਖਦਾ ਕਿ ਮੇਰਾ ਜਿਹੜਾ ਦੇਸ਼ ਆ, ਮੈਂ ਇਹਦਾ ਰਾਜਾ ਆ, ਮੈਂ ਵੀ ਪ੍ਰਜਾ ਆ। ਕਹਿੰਦੇ ਕਿ ਜਿਸ ਦੇਸ਼ ਦੇ ਵਿੱਚ ਜਿਹੜੀ ਪ੍ਰਜਾ ਦੁਖੀ ਹੋਵੇ ਨਾ ਤੇ ਰਾਜਾ ਦੁਖੀ ਹੁੰਦਾ ਆ। ਤੇ ਮਗਰ ਇਹ ਪ੍ਰਜਾ ਦੁਖੀ ਆ, ਮਗਰ ਰਾਜਾ ਖੁਸ਼ੀ ਆ। ਇਹਦੇ ਵਿੱਚ ਮੋਦੀ ਦੇ ਕੋਲ ਅਬਾਨੀ RSS ਆ। ਉਹਨਾਂ ਨੂੰ ਤੇ ਅੱਜ ਦੇਖੋ ਤੁਸੀਂ, RSS ਤੇ ਮੋਦੀ ਦੇ ਬੰਦੇ ਸਾਰੇ ਲੈ ਲਓ, ਹਾਈ ਕੋਰਟ 'ਚ ਇਹਨਾਂ ਦੇ ਬੰਦੇ, ਸੁਪਰੀਮ ਕੋਰਟ 'ਚ ਇਹਨਾਂ ਦੇ ਬੰਦੇ, ਹਰ ਸੈਂਟਰ ਦੇ ਮਹਿਕਮੇ 'ਚ ਇਹਨਾਂ ਦੇ ਬੰਦੇ, ਹਰ ਡਿਪਾਰਟਮੈਂਟ 'ਚ ਇਹਨਾਂ ਦੇ ਬੰਦੇ। ਇਨਸਾਫ ਕਿੱਥੋਂ ਮਿਲੂਗਾ? ਇਨਸਾਫ ਤੇ ਉਹਨੂੰ ਮਿਲੂਗਾ ਨਾ ਜਿਹੜਾ ਧਰਮਜਾਤ ਨੂੰ ਇੱਕ ਸਮਝੇਗਾ। ਜਦੋਂ ਅਸੀਂ ਧਰਮਜਾਤਾਂ ਨੂੰ ਵੰਡਾਂਗੇ ਤੇ ਅਸੀਂ ਸਰਕਾਰਾਂ ਕਿਵੇਂ ਚਲਾਵਾਂਗੇ? ਜਦੋਂ ਦੇਸ਼ ਨੂੰ ਚਲਾਉਣਾ ਹੈ ਤਾਂ ਸਾਨੂੰ ਇੱਕ ਹੋਣਾ ਚਾਹੀਦਾ। ਅਸੀਂ ਧਰਮਜਾਤ ਨੂੰ ਇੱਕ ਪਰੇ ਰੱਖ ਕੇ ਆਪਣਾ ਇੱਕ ਸੱਚੇ ਇਨਸਾਨ ਬਣ ਕੇ ਆਪਣੇ ਦੇਸ਼ ਨੂੰ ਚਲਾਈਏ। ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾਈਏ, ਇਹ ਨਹੀਂ ਕਿ ਪਿੱਛੇ ਛੁੱਟ ਦਈਏ। ਹੁਣ ਲੋਕਡਾਊਨ ਚੱਲ ਗਿਆ, ਲੋਕਾਂ ਕੋਲ ਰੋਟੀ ਹੈਗੀ ਨਹੀਂ ਆ, ਕਾਰੋਬਾਰ ਲੋਕਾਂ ਦੇ ਬੰਦ ਹੋ ਗਏ ਆ। ਉੱਤੋਂ ਲੋਕੀ ਸੜਕਾਂ 'ਤੇ ਆ ਕੇ ਬੈਠੇ ਕਿਸਾਨ, ਇਹਨਾਂ ਨੂੰ ਦੁੱਖ ਦਰਦ ਹੁੰਦਾ। ਇਹ ਚਾਹੁੰਦਾ ਕਿਸਾਨਾਂ ਨਾਲ ਗੱਲ ਕਰਦਾ। ਕਿਸਾਨਾਂ ਨੇ ਜਿਹੜੇ ਬਿੱਲ ਨੇ ਪਾਸ ਕਰਾਏ ਆ ਧੱਕੇ ਦੇ ਨਾਲ ਲੋਕ ਸਭਾ, ਰਾਜ ਸਭਾ ਦੇ ਵਿੱਚ, ਆਪਣੇ ਰਾਸ਼ਟਰਪਤੀ ਕੋ, ਉਸੇ ਟਾਈਮ ਉਹਨੂੰ ਫੜਦਾ, ਉਹਨੂੰ ਫੜ ਕੇ ਭੁਆ ਕੇ ਸੁੱਟ ਦਿੰਦਾ ਕਿ ਲਓ ਜੀ, ਮੇਰੀ ਜੇ ਦੇਸ਼ ਨਾਰਾਜ਼ ਹੈ ਮੇਰੇ ਕੋਲ, ਤਾਂ ਮੈਨੂੰ ਕੀ ਕਰਨੇ? ਇਹੋ ਜਿਹੇ ਬਿੱਲ ਕਰਦੇ ਤੇ ਭਾਵੇਂ ਦੇਸ਼ ਵਾਸਤੇ ਪਏ ਨਾ, ਤੇ ਜਦੋਂ ਦੇਸ਼ ਨੂੰ ਖੁਸ਼ ਨਹੀਂ ਹੈਗਾ ਤਾਂ ਤੁਸੀਂ ਇਹੋ ਜਿਹੇ ਬਿੱਲ ਕਿੱਥੋਂ ਪਾਸ ਕਰੋਗੇ? ਬਿਲਕੁਲ। ਇਹ ਗੱਲ ਕਰੀਏ ਸਿਆਸਤ ਦੀ, ਜਦੋਂ ਵੀ ਕਿਤੇ ਇਹੋ ਜਿਹੀ ਗੱਲਾਂ ਹੁੰਦੀਆਂ ਵਾ, ਦੂਸਰੀ ਵੀ ਸਰਕਾਰ ਮੋਦੀ ਸਰਕਾਰ ਬਣ ਗਈ ਆ,
ਪਰ ਬਾਰ-ਬਾਰ ਫਿਰ ਜੇ ਸਾਡੇ ਲੋਕ ਇਹ ਗਲਤੀਆਂ ਕਿਉਂ ਕਰਦੇ ਨੇ, ਫਿਰ ਬਾਰ-ਬਾਰ ਸੱਤਾ 'ਚ ਕਿਉਂ ਅਜਿਹੇ ਲੀਡਰ ਲਿਆਉਂਦੇ ਨੇ? ਕਿਉਂਕਿ ਮੋਦੀ ਸਰਕਾਰ ਸੱਤਾ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਵੀ ਤੁਹਾਡੇ ਬਿੱਲ ਮਾਫ ਕਰ ਦਾਂਗੇ। ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਇੱਥੇ ਜਿਹੜੇ ਆਮ ਜਿਹੜੇ ਦਲਿਤ ਪਰਿਵਾਰਾਂ ਦੀ ਜਿਹੜੀ ਵੋਟ ਆ ਬਹੁਤ ਵੱਡੀ ਤਾਦਾਦ ਵਿੱਚ ਹੁੰਦੀ ਆ, ਫਿਰ ਦਲਿਤਾਂ ਨਾਲ ਕਿਉਂ ਧੱਕਾ ਹੋ ਰਿਹਾ ਵਾ? ਕਿਉਂ ਨਹੀਂ ਉਹਨਾਂ ਨੂੰ ਇਨਸਾਫ ਮਿਲ ਰਿਹਾ ਵਾ? ਉਹਨਾਂ ਨੂੰ ਸਾਫ਼ ਲੈਣ ਵਾਸਤੇ ਜਿਹੜਾ ਧੱਕੇ ਖਾਣੇ ਪੈਂਦੇ, ਪ੍ਰੋਟੈਸਟ ਕਰਨੇ ਪੈਂਦੇ ਆ। ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਕਿਸਾਨ ਨੇ ਅੱਜ ਸੜਕਾਂ 'ਤੇ ਜਿਹੜੇ ਧੱਕੇ ਖਾਣ ਨੂੰ ਮਜਬੂਰ ਕਰਤਾ ਮੋਦੀ ਸਰਕਾਰ ਨੇ, ਜਿਹੜੇ ਉਹਨਾਂ ਨੂੰ ਧੱਕੇ ਨਾਲ ਜਿਹੜਾ ਕਾਨੂੰਨ ਜਿਹੜਾ ਲਾਗੂ ਕਰਤਾ, ਬਿੱਲ ਬਣਾ ਕੇ ਜਿਹੜਾ ਪਾਸ ਕਰ ਦਿੱਤਾ ਗਿਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਮੋਦੀ ਸਰਕਾਰ ਆ ਨਾ, ਇਹਨਾਂ ਦੀ ਥਿਊਰੀ ਹੈਗੀ ਆ ਕਿ ਕਿਤੇ ਵੀ ਇਹਨਾਂ ਨੇ ਦੇਸ਼ ਦਾ ਨਹੀਂ ਸੋਚਣਾ। ਕਿਤੇ ਵੀ ਸਟੇਟ ਹੈ ਨਾ, ਜਿੱਥੇ ਵੀ ਸਾਡੇ ਕੋਈ ਬੰਦੇ ਆ, ਉਹਨੂੰ ਤੋੜ ਕੇ MLA ਉਰੇ ਖਰੀਦ ਕੇ ਸਰਕਾਰ ਨੂੰ ਖਤਮ ਕਰ ਦਿਓ ਤੇ ਆਪਣੀ ਸਰਕਾਰ ਲੈ ਆਓ। ਸਿਰਫ ਇਹ ਸਟੇਟਾਂ ਦੇ ਕਬਜ਼ੇ ਕਰ ਰਹੇ ਆ, ਦੇਸ਼ ਦਾ ਕੁਝ ਨਹੀਂ ਕਰ ਰਹੇ। ਤੇ ਜਦੋਂ ਸਟੇਟਾਂ ਦੇ ਕਬਜ਼ੇ ਕਰਨਗੇ, ਜਦੋਂ ਇਹਨਾਂ ਦੇ ਜਿਹੜੇ ਹਾਕਮ ਇਹ BJP ਵਾਲੇ ਹੋਣਗੇ, RSS ਦੇ ਹੋਣਗੇ, ਤੇ ਇਨਸਾਫ ਕਿੱਥੋਂ ਮਿਲੇਗਾ ਗਰੀਬ ਨੂੰ? ਅੱਜ ਇਨਸਾਫ ਵਾਸਤੇ ਤਾਂ ਆਪਾਂ ਲੜ ਰਹੇ ਨਾ ਸੜਕਾਂ 'ਤੇ, ਆਪਾਂ ਇਨਸਾਫ ਵਾਸਤੇ ਹੈਗੇ ਨਾ, ਤੇ ਉਹ ਇਨਸਾਫ ਦੇਣਾ ਨਹੀਂ ਚਾਹੁੰਦੇ। ਦੇਖੋ ਗੋਰਿਆਂ ਨੇ, ਅੰਗਰੇਜ਼ਾਂ ਨੇ ਸਾਡੇ ਦੇਸ਼ 'ਤੇ ਰਾਜ ਕੀਤਾ ਸੀ, ਉਹਨੂੰ ਸਾਡੇ ਜਿਹੜੇ ਵੀ ਸ਼ਹੀਦ ਪਰਿਵਾਰ ਆਪਣੇ ਹੋਏ ਆ, ਜਿੰਨੇ ਵੀ ਹੈਗੇ ਆ, ਉਹਨਾਂ ਨੇ ਸਾਰੇ ਕੁਰਬਾਨੀਆਂ ਦਿੱਤੀਆਂ ਆਪਣੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ। RSS ਦੀ ਕਿਹੜੀ ਕੁਰਬਾਨੀ ਆ ਜੀ ਦੇਸ਼ ਨੂੰ ਆਜ਼ਾਦ ਕਰਨ ਵਾਸਤੇ? ਤਾਂ ਜਾਂ ਮੋਦੀ ਦੀ ਕਿਹੜੀ ਕੁਰਬਾਨੀ ਆ ਜੀ? ਇਹ ਆਪਾਂ ਉਸ ਮਹਾਤਮਾ ਗਾਂਧੀ, ਅੰਬੇਦਕਰ ਸਾਹਿਬ, ਸ਼ਹੀਦ ਭਗਤ ਸਿੰਘ ਨੂੰ ਪੂਜਦੇ ਆ। ਇਹ RSS ਵਾਲੇ ਗੋਡਸੇ ਨੂੰ ਪੂਜਦੇ ਆ, ਜਿਹੜੇ ਮਹਾਤਮਾ ਗਾਂਧੀ ਜੀ ਨੂੰ ਗੋਲੀ ਮਾਰਦੀ ਹੈ। ਮਗਰ ਜਿਹੜੇ ਲੋਕ ਆਪਣੇ ਦੇਸ਼ ਨਾਲ ਪਿਆਰ ਕਰਦੇ ਆ, ਉਹ ਆਪਣੇ ਦੇਸ਼ ਨੂੰ ਪਿਆਰ ਕਰਦੇ ਆ। ਇਨਸਾਫ ਉਹਨੂੰ ਉਦੋਂ ਹੀ ਮਿਲੇਗਾ ਜਦੋਂ ਦੇਸ਼ ਦੇ ਵਿੱਚ ਸੱਚੀ ਸਰਕਾਰ ਹੋਏਗੀ। ਸੱਚੀ ਸਰਕਾਰ ਸੀ ਕਾਂਗਰਸ, ਉਹਨੇ ਪਿਆਰ ਕੀਤਾ ਲੋਕਾਂ ਨਾਲ। ਇਹੋ ਜਿਹੇ ਕੰਮ ਤਾਂ ਨਹੀਂ ਇਹਨੇ ਹੋਏ, ਕਦੀ ਕਿਸਾਨਾਂ ਦਾ ਧੱਕਾ ਤਾਂ ਨਹੀਂ ਕੀਤਾ, ਕਿਸੇ ਗਰੀਬਾਂ ਦਾ ਤਾਂ ਨਹੀਂ ਕੀਤਾ। ਇਨਸਾਫ ਮਿਲਦਾ ਸੀ। ਵੇਖੋ ਸੰਵਿਧਾਨ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਇਹ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ। ਜਿਹੜੇ ਅੰਬੇਦਕਰ ਸਾਹਿਬ, ਜਿਹੜੇ ਇੰਨਾ ਆਪਣਾ ਸਟਰਗਲ ਕੀਤਾ, ਜਿਨ੍ਹਾਂ ਨੇ ਇੱਕ ਸੰਵਿਧਾਨ ਬਣਾਇਆ, ਜਿਨ੍ਹਾਂ ਨੇ ਪੂਰੇ ਵਰਲਡ ਵਾਲੇ ਸੰਵਿਧਾਨ ਨੂੰ ਮੰਨਦਾ। ਮੋਦੀ ਜੀ ਉਹਨੂੰ ਮੰਨਣ ਦੇ ਭਰੋਸਾ ਰੱਖਦੇ। ਉਹ ਚਾਹੁੰਦੇ ਆ ਕਿ ਸਾਡਾ ਹੀ ਸੰਵਿਧਾਨ ਕੋਈ ਹੋ ਜੇ, ਅਸੀਂ ਮਨੂਸਮ੍ਰਿਤੀ ਦੇ ਕੁਝ ਚੀਜ਼ਾਂ ਵਾੜ ਦਈਏ ਉੱਥੇ, ਅਸੀਂ ਦਲਿਤਾਂ ਦਾ ਹੱਕ ਮਾਰ ਲਈਏ, ਅਸੀਂ ਕਿਸੇ ਗਰੀਬ ਦਾ ਆਪਣਾ ਕੋਈ ਜੋ ਵੀ ਕੰਮ ਤਰੱਕੀ ਮਿਲਦੀ ਉਹਨੂੰ ਖਤਮ ਕਰ ਦਈਏ। ਸੰਵਿਧਾਨ ਜਿਹੜਾ ਇੱਕ ਵਾਰੀ ਬਣ ਗਿਆ ਦੇਸ਼ ਦਾ, ਉਹ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਰਾਜਿੰਦਰ ਪ੍ਰਸਾਦ ਜੀ ਆਪਣੇ ਰਾਸ਼ਟਰਪਤੀ ਸੀ, ਤੇ ਅੰਬੇਦਕਰ ਸਾਹਿਬ ਜੀ ਉਹਨਾਂ ਨੂੰ ਉਸ ਟਾਈਮ ਦਿੱਤਾ ਸੀ ਕਿ ਸੰਵਿਧਾਨ ਜਿਹੜਾ ਬਣ ਗਿਆ ਉਹ ਉਤਰਾ ਹੀ ਰਹਿਣਾ ਚਾਹੀਦਾ, ਉਹਨਾਂ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ ਆ। ਅਗਰ ਤੁਸੀਂ ਚੰਗਾ ਕੰਮ ਕਰਨਾ ਚਾਹੁੰਦੇ ਨਾ, ਤੁਸੀਂ ਐਸਾ ਕੋਈ ਕਾਨੂੰਨ ਲੈ ਆਓ ਕਿ ਜਿਹੜਾ ਕੋਈ ਇਹੋ ਜਿਹੀ ਗੰਦੀ ਹਰਕਤ ਕਰਦਾ ਦੇਸ਼ ਦੇ ਰੇਪ ਕਰਦਾ ਬੱਚਿਆਂ ਨਾਲ, ਛੋਟੀ ਬੱਚਿਆਂ ਨਾਲ ਰੇਪ ਹੋਣ ਦਿਆ, ਆਪਾਂ ਕਿਉਂ ਨਹੀਂ ਐਸਾ ਕਾਨੂੰਨ ਲੈ ਕੇ ਆਉਂਦੇ ਜਿਹੜਾ 7 ਦਿਨ ਦੇ ਵਿੱਚ ਹੀ ਫਾਂਸੀ ਹੋ ਜੇ? ਕਿਉਂ ਨਹੀਂ ਅਸੀਂ ਫਾਸਟ ਟਰੈਕ ਕੋਰਟ 'ਚ ਐਸਾ ਕਾਨੂੰਨ ਲੈ ਕੇ ਆਈਏ? ਜਿਹੜੀ ਸਰਕਾਰ ਕਾਨੂੰਨ ਬਣਾ ਸਕਦੇ ਨਾ, ਤੇ ਉਹ ਚਾਹੇ ਐਨਕਾਊਂਟਰ ਕਰ ਦੇਣ 7 ਦਿਨਾਂ ਦੇ ਅੰਦਰ। ਇਹੋ ਜਿਹੇ ਕਾਨੂੰਨ ਲੈ ਕੇ ਆ ਜਾਓ, ਕੋਈ ਇਹੋ ਜਿਹੀ ਹਰਕਤ ਹੀ ਨਾ ਕਰੇ ਗਰੀਬ ਆਪਣੇ ਬੱਚਾ, ਕਿ ਹਰ ਕਿਸੇ ਦਾਤ ਧਰਮ ਦੀ ਬੱਚੀ ਬਚੇ, ਕਿਸੇ ਨਾਲ ਕਈ ਨਾ ਹੋਵੇ, ਹਰ ਕੋਈ ਆਜ਼ਾਦੀ ਦੀ ਸਾਂਸ ਲਵੇ। ਸਾਡਾ ਦੇਸ਼ ਤੇ ਆਜ਼ਾਦ ਹੈ, ਮਗਰ ਅੱਜ ਜਿਹੜੇ ਇਹ ਲੋਕ ਆ, ਇਹ ਗੁਲਾਮੀ ਦੀ ਜੰਜੀਰਾਂ 'ਚ ਸਾਨੂੰ ਜਕੜ ਕੇ ਰੱਖਣਾ ਚਾਹੁੰਦੇ ਆ। ਤੇ ਅਸੀਂ ਗੁਲਾਮੀ ਨਹੀਂ ਇਹਨਾਂ ਦੀ ਮਨਜ਼ੂਰ ਕਰਨੀ। ਅਸੀਂ ਇਹਨਾਂ ਨੂੰ ਇੱਕ ਵਾਰੀ ਦੱਸਣਾ ਚਾਹਾਂਗੇ ਕਿ ਦੇਖੋ, ਸਾਡੇ ਭਗਤ ਸਿੰਘ ਹੁਣਾਂ ਨੇ ਨਾਰਾ ਦਿੱਤਾ ਸੀ, ਸਰਫਰੋਸ਼ੀ ਕੀ ਤਮन्ना अब हमारे दिल में है, देखना है जोर कितना बाजुए कातिल में है। मैं उस नरेंद्र मोदी जी ਨੂੰ ਕਹਿਣਾ ਚਾਹੁੰਦਾ ਆ ਕਿ ਸਾਡਾ ਦੇਸ਼ ਦਾ ਯੁਵਾ ਨੌਜਵਾਨ ਅੱਜ ਹੋਸ਼ 'ਚ ਆ ਗਿਆ ਆ। ਉਹ ਤੁਹਾਨੂੰ ਪਤਾ ਨਹੀਂ ਲੱਗਣਾ ਜਦੋਂ ਤੁਹਾਡੀਆਂ 303 ਜਿਹੜੀਆਂ ਸੀਟਾਂ ਨਾ, ਤੁਸੀਂ ਲੋਕ ਸਭਾ 'ਚ ਮੈਜੋਰਟੀ 'ਚ ਬੈਠੇ ਹੋ, ਕਦੋਂ ਤੁਹਾਨੂੰ 2 'ਚ ਲਿਆ ਕੇ ਸੁੱਟੇਗਾ। ਤੁਹਾਡੀ ਜਿਹੜੀ ਕੁਰਸੀ ਦੀਆਂ 4 ਲੱਤਾਂ ਨਾ ਕਦੋਂ ਟੁੱਟਣੀਆਂ, ਇਹ ਤੁਹਾਨੂੰ ਪਤਾ ਨਹੀਂ ਲੱਗਣਾ। ਹੁਣ ਵੀ ਵਕਤ ਹੈ, ਸੁਧਰ ਜਾਓ, ਦੇਸ਼ ਵਾਸਤੇ ਤੇ ਲੋਕਾਂ ਵਾਸਤੇ ਕੰਮ ਕਰੋ। ਲੋਕ ਜਦੋਂ ਖੁਸ਼ ਹੋਣਗੇ ਤੇ ਫੇਰ ਹੀ ਦੇਸ਼ ਦਾ ਭਲਾ ਆ। ਜਦੋਂ ਲੋਕ ਦੁਖੀ ਆ ਨਾ, ਤੇ ਤੁਹਾਨੂੰ ਉਹਨਾਂ ਦੀ ਸੋਚਣਾ ਵੀ ਪੈਣਾ ਆ। ਤੇ ਗੱਲ ਕਰੀਏ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਵੀ ਸਾਡੇ ਨਾਲ ਸਿਆਸਤ ਹੋ ਰਹੀ ਆ, ਵੱਖ-ਵੱਖ ਪਾਰਟੀਆਂ ਜਿਹੜੀਆਂ ਸਾਡੇ ਹੱਕ 'ਚ ਨਹੀਂ ਆ ਲੜੀਆਂ, ਕਿਉਂਕਿ ਜਦੋਂ ਵਿਰੋਧ ਹੋਇਆ ਸੀ ਉਸ ਤੋਂ ਬਾਅਦ ਕੋਈ ਵੀ ਜਿਹੜਾ ਨਹੀਂ ਸੀ ਪਾਰਟੀ ਸਾਹਮਣੇ ਆਈ। ਪਰ ਜੋ ਦੇਖਿਆ ਵੀ ਪੰਜਾਬ ਦਾ ਮਾਹੌਲ ਜਿਹੜਾ ਗਰਮਾਇਆ ਜਾ ਰਿਹਾ, ਸਿਆਸਤ ਹੋ ਰਹੀ ਹੈ, ਅੱਗੇ ਇਲੈਕਸ਼ਨ ਆ ਰਹੀ ਹੈ 2022 ਦੀ, ਤੇ ਵੱਖ-ਵੱਖ ਪਾਰਟੀਆਂ ਨੇ ਕਿਸਾਨਾਂ ਨੂੰ ਜਿਹੜਾ ਸਮਰਥਨ ਦੇਣਾ ਸ਼ੁਰੂ ਕਰਤਾ। ਕਾਂਗਰਸ ਪਾਰਟੀ ਪੰਜਾਬ 'ਚ ਆ, ਕਾਂਗਰਸ ਨੇ ਵੀ ਕਹਿੰਦੇ ਵੀ ਉੱਥੇ ਸਾਈਨ ਕਰ ਦਿੱਤੇ ਗਏ ਸੀ, ਉਹਨਾਂ ਵੱਲੋਂ ਵੀ ਜਿਹੜੇ ਬਿੱਲਾਂ ਦੇ ਸਾਈਨ ਕੀਤੇ ਗਏ, ਫਿਰ ਹੀ ਗਾਂ ਮਨਜ਼ੂਰੀ ਦਿੱਤੀ ਗਈ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਕਾਂਗਰਸ ਦੇ ਜਿਹੜੇ ਸਿਪਾਹੀ ਆ ਸਾਰੇ, ਰਾਹੁਲ ਗਾਂਧੀ ਜੀ ਨੇ ਪੂਰਾ ਤੇ ਸੋਨੀਆ ਗਾਂਧੀ ਆਰਡਰ ਦੇ ਦਿੱਤੇ, ਅਸੀਂ ਕਿਸਾਨਾਂ ਦੇ ਨਾਲ ਆ। CM ਸਾਹਿਬ ਵੀ ਨਾਲ ਆ। 3 ਦਿਨ ਤੇ ਤੁਸੀਂ ਦੇਖਿਆ ਰਾਹੁਲ ਗਾਂਧੀ ਨੇ ਦੌਰਾ ਕੀਤਾ ਪੰਜਾਬ ਦਾ, ਹਰ ਇੱਕ ਕਿਸਾਨਾਂ ਨੂੰ ਮਿਲੇ ਆ, ਉਹਨਾਂ ਦੇ ਵਿੱਚ ਜਾ ਕੇ ਦੇਖਿਆ ਕਿ ਕਮੀਆਂ ਕੀ ਆ। ਉਹਨਾਂ ਦੱਸਿਆ ਕਿ ਜੇ ਮਾੜੀ ਮੋਟੀ ਕਮੀਆਂ ਰਹਿ ਜਾਏਗੀਆਂ, ਇਹ ਥੋੜ੍ਹੀ ਆ ਕਿ ਤੁਸੀਂ ਕਿਸਾਨ ਦੀ MSP ਖਤਮ ਕਰ ਦੋਗੇ। ਮਿਨੀਮਮ ਸਪੋਰਟ ਜਿਹੜੀ ਕਿਸਾਨ ਦੀ ਖਰੀਦ ਆ, ਉਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਹੋ। ਉਹਦਾ ਕਾਨੂੰਨ ਵਾਸਤੇ ਉਹਦਾ ਤੁਸੀਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਹਨਾਂ ਨੂੰ ਕਹਿੰਦੇ ਅਸੀਂ ਕਹਿ ਦਿੰਦੇ ਜੀ ਨਹੀਂ ਖਤਮ ਹੋਏਗਾ, ਕੋਈ ਲਿਖਤੀ ਆਰਡਰ ਥੋੜ੍ਹੀ ਹੈਗੇ ਇੱਥੇ। ਫਿਰ ਦੂਸਰੀ ਗੱਲ ਆ, ਕਿਸਾਨ ਦੀ ਜਿਹੜੀ ਮੰਡੀਆਂ ਖਤਮ ਕਰ ਰਹੇ ਆ। ਇਹ ਕਹਿੰਦੇ ਜੀ ਕਿਸਾਨ ਜਿੱਥੇ ਮਰਜ਼ੀ ਜਾ ਕੇ ਆਪਣਾ ਕਣਕ ਜੋ ਵੀ ਵੇਚ ਲਵੇ। ਜਦੋਂ ਮੰਡੀਆਂ ਹੀ ਖਤਮ ਹੋ ਗਈਆਂ, ਕਿਸਾਨ ਜਦੋਂ ਦੂਜੀਆਂ ਸਟੇਟਾਂ 'ਚ ਜਾਏਗਾ, ਉੱਥੇ ਵੀ ਤਾਂ ਉਹਨਾਂ ਨੂੰ ਕੋਈ ਨਾ ਕੋਈ ਬੰਦੇ ਮਿਲਣਗੇ ਨਾ, ਵਿਚੋਲੇ ਤਾਂ ਮਿਲਣਗੇ ਹੀ, ਫੇਰ ਹੀ ਵੇਚੀ ਜਾਂਦੀ ਹੈ। ਆਪਣੇ ਆਪ ਤਾਂ ਸਿੱਧਾ ਜਾ ਕੇ ਕਿਸੇ ਨੂੰ ਵੇਚੇਗਾ ਨਹੀਂ। ਤੁਸੀਂ ਵਿਚੋਲੇ ਖਤਮ ਕਰ ਰਹੇ ਹੋ, ਤੇ ਦੂਜੀ ਸਟੇਟ ਜਾ ਕੇ ਵਿਚੋਲੇ ਨਹੀਂ ਲੱਭਣਗੇ, ਫਿਰ ਆਪਣਾ ਤੇਲ ਫੂਕ ਕੇ ਜਾਊਗਾ,
ਫਿਰ ਜੇ ਉੱਥੇ ਨਾ ਇਹਦਾ ਕੰਮ ਬਣੇ, ਨਾ ਇਹਨੂੰ ਰੇਟ ਮਿਲੇ, ਫਿਰ ਵਾਪਸ ਆਊਗਾ। ਰਸਤੇ 'ਚ ਕੋਈ ਬਰਸਾਤ ਹੋ ਜੇ, ਜੇ ਇਹਦੀ ਕਣਕ ਖਰਾਬ ਹੋ ਜਾਵੇ ਤੇ ਉਹਦਾ ਕੌਣ ਜ਼ਿੰਮੇਵਾਰ ਆ? ਫਿਰ ਸਰਕਾਰ ਥੋੜੀ ਜ਼ਿੰਮੇਵਾਰ ਹੋਗੀ। ਆਪਣੇ ਇੱਥੇ ਹੋਏਗਾ, ਮੰਡੀ 'ਚ ਜਾ ਕੇ ਖਰਾਬ ਆਪਾਂ ਇੱਕ ਦਿਨ ਸਟਾਕ ਵੀ ਕਰ ਲੇਗਾ, ਵੇਚ ਵੀ ਦੇਗਾ, ਦੇ ਵੀ ਦੇਗਾ। ਇੱਥੇ ਤਾਂ ਉਹਦਾ ਬਚਾ ਹੀ ਨਾ। ਫਿਰ ਮੰਡੀਆਂ ਤੇ ਜਿਹੜਾ ਸਰਕਾਰ ਨੂੰ ਟੈਕਸ ਜਾਂਦਾ ਸੀ, ਮੰਡੀਆਂ ਤੋਂ ਜਿਹੜਾ ਇਹਨੂੰ ਟੈਕਸ ਜਾਂਦਾ ਸੀ, ਉਹ ਮੰਡੀਆਂ ਦੀ ਜਿਹੜੀਆਂ ਆਪਾਂ ਸੜਕਾਂ ਤੇ ਅੱਜ ਜਾਂਦੇ ਆ, ਮੰਡੀਆਂ ਦੀ ਪੰਜਾਬ ਲਿੰਕ ਰੋਡ, ਪੰਜਾਬ ਸੜਕਾਂ ਤੇ ਤੋਏ ਪੈ ਜਾਏ, ਖੱਡੇ ਪੈ ਜਾਣਗੇ, ਲੋਕ ਕਿਸਾਨ ਦੇ ਘਰਾਂ 'ਚ ਬੰਦ ਰਹਿਣਗੇ, ਉਹ ਸੜਕਾਂ ਤੇ ਜਾ ਹੀ ਨਹੀਂ ਸਕਣਗੇ, ਉਹ ਦੂਜੀ ਸਟੇਟ ਤੇ ਜਾ ਹੀ ਨਹੀਂ ਸਕਦੇ। ਤੇ ਇਹਨਾਂ ਨੂੰ ਚਾਹੀਦਾ ਮੋਦੀ ਸਾਹਿਬ ਨੂੰ ਆਪਣਾ ਫੈਸਲਾ ਖਤਮ ਕਰਨਾ ਚਾਹੀਦਾ, ਬੰਦ ਕਰਨਾ ਚਾਹੀਦਾ, ਕਾਲਾ ਕਾਨੂੰਨ ਵਾਪਸ ਲੈਣਾ ਚਾਹੀਦਾ ਆ। ਤੇ ਕਾਂਗਰਸ ਦੇ ਜਿਹੜੇ ਵੀ ਸਿਪਾਹੀ ਆ, ਆਪ ਇਸ ਵਿਰੋਧ ਆ, ਪੂਰਾ ਦੇਸ਼ ਵਿਰੋਧ ਆ ਇਹ ਕਾਨੂੰਨ ਦੇ ਖਿਲਾਫ। ਕਿਸਾਨਾਂ ਦੇ ਹੱਕ ਵਿੱਚ ਅਸੀਂ ਅੱਜ ਵੀ ਨਾਲ ਆ ਤੇ ਕੱਲ੍ਹ ਵੀ ਰਵਾਂਗੇ ਤੇ ਹਮੇਸ਼ਾ ਰਵਾਂਗੇ। ਕਿਸਾਨਾਂ ਵੱਲੋਂ ਵੀ ਗੱਲ ਕਹੀ ਜਾਂਦੀ ਹੈ ਵੀ ਰਾਹੁਲ ਗਾਂਧੀ ਜਿਹੜਾ ਵਾ ਉਹ ਸਿਆਸਤ ਕਰ ਰਿਹਾ, ਕਿਉਂਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਮੋਦੀ ਸਰਕਾਰ ਦੀ ਦਿੱਲੀ ਨਾਲ ਇੱਟ ਖੜਕਾ ਦਾਂਗੇ। ਤੇ ਜਿਹੜੇ ਆਪਣੇ ਰਾਹੁਲ ਗਾਂਧੀ ਜੀ ਨੇ ਉਹ ਦਿੱਲੀ ਤੋਂ ਪੰਜਾਬ ਆ ਰਹੇ ਨੇ, ਉਹਨਾਂ ਕਿਹਾ ਵੀ ਤੁਸੀਂ ਉਹਨਾਂ ਦਿੱਲੀ ਕਿਉਂ ਨਹੀਂ ਧਰਨਾ ਲਾਇਆ, ਦਿੱਲੀ ਕਿਉਂ ਨਹੀਂ ਪ੍ਰਦਰਸ਼ਨ ਕੀਤਾ ਗਿਆ। ਤੇ ਨਾਲ ਗੱਲ ਕਰੀਏ ਰਾਹੁਲ ਗਾਂਧੀ ਨੇ ਟਰੈਕਟਰ ਵਾਲੀ ਜਿਹੜੀ ਕੀਤੀ ਗਈ 3 ਦਿਨ ਦੀ, ਉਹਨੇ ਦੇਖਿਆ ਵੀ ਕਿਸਾਨ ਦਾ ਪੁੱਤ ਆ, ਫਿਰ ਉਹ ਟਰੈਕਟਰ ਜਿਹੜਾ ਦਿਖਾਇਆ ਗਿਆ, ਬੜਾ ਇੱਕ ਵਧੀਆ ਦਿਖਾਇਆ ਗਿਆ। ਜਿਹੜੀ ਇੱਥੇ ਜਿੱਥੇ ਬੈਠੇ ਆ ਕਿਸਾਨ ਆਪਣੇ ਰਾਹੁਲ ਗਾਂਧੀ ਜੀ ਬੈਠੇ ਆ, ਉਹ ਬੜਾ ਵਧੀਆ ਗੱਦਾ ਲਾ ਕੇ ਜਿਹੜਾ ਵਿਖਾਇਆ ਗਿਆ। ਉਹ ਲੱਗਦਾ ਜਿਹੜੇ ਵੀ ਕਿਸਾਨ ਦਾ ਪੁੱਤਰ ਲੱਗਦਾ ਹੋਊਗਾ। ਮੈਂ ਤੁਹਾਨੂੰ ਦੱਸਦਾ, ਰਾਹੁਲ ਗਾਂਧੀ ਦਿੱਲੀ ਉਹਦਾ ਟਰੈਕਟਰ ਲੈ ਕੇ ਨਹੀਂ ਆਏ ਤੇ ਨਾ ਸੀਐਮ ਸਾਹਮਣੇ ਭੇਜਿਆ, ਪਰ ਇੱਥੋਂ ਤਿਆਰ ਹੋਇਆ ਹੋਏ। ਮੈਂ ਤੁਹਾਨੂੰ ਦੱਸਦਾ ਤਿਆਰ ਵੀ ਨਹੀਂ ਹੋਇਆ। ਜਿਹੜੇ ਸਾਡੇ ਪੰਜਾਬੀ ਭਰਾ ਨਾ, ਪੰਜਾਬੀ ਭਰਾ, ਤੁਸੀਂ ਕਿਸੇ ਵੀ ਪਿੰਡਾਂ 'ਚ ਚੱਲ ਜਾਓ, ਉਹਨਾਂ ਨੇ ਵੱਡੇ ਵੱਡੇ ਬੂਫਰ ਲਾਏ ਹੁੰਦੇ ਆ, ਸੋਫੇ ਬਣਾਏ ਹੁੰਦੇ ਆ, ਲਗਜ਼ਰੀ ਚੀਜ਼ਾਂ ਪੰਜਾਬੀ ਭਰਾਵਾਂ ਨੇ ਲਾਏ ਹੁੰਦੇ ਆ ਟਰੈਕਟਰਾਂ ਦੇ। ਕਿਤੇ ਵੀ ਲਾ ਲਓ ਤਾਂ ਇਹ ਕੀ ਕਿਤੇ ਤਿਆਰ ਹੁੰਦਾ। ਉਹ ਟਰੈਕਟਰਾਂ ਨੂੰ ਪੰਜਾਬੀਆਂ ਨੂੰ ਸ਼ੌਂਕ ਹੈਗਾ ਆਪਣੀ ਗੱਡੀਆਂ ਸਜਾਉਣ ਦਾ, ਕਰਨ ਦਾ। ਤੇ ਜੇ ਉਹ ਕਿਸੇ ਦੇ ਟਰੈਕਟਰ 'ਚ ਬਹਿ ਹੀ ਗਏ, ਉਹਨਾਂ ਨੂੰ ਕੀ ਪਤਾ ਸੋਫਾ ਲੱਗਾ ਕਿ ਨਹੀਂ ਲੱਗਾ। ਉਹਨਾਂ ਨੇ ਟਰੈਕਟਰ 'ਚ ਬਹਿ ਨਹੀਂ ਆਏ ਸੀ, ਦਿੱਲੀੋਂ ਟਰੈਕਟਰ 'ਤੇ ਬਹਿ ਕੇ ਕਿਸਾਨਾਂ ਦੇ ਹੱਕ ਵਿੱਚ ਹੀ ਆਏ ਸੀ। ਤੁਸੀਂ ਇਹ ਤੁਹਾਡਾ ਇਹ ਕਹਿਣਾ ਵੀ ਜਿਹੜਾ ਟਰੈਕਟਰ ਜਿਹੜਾ ਸਜਾਇਆ ਗਿਆ ਉਹ ਪੰਜਾਬੀਆਂ ਵੱਲੋਂ ਸਜਾਇਆ ਗਿਆ ਵਾ, ਨਾ ਕਿ ਪੰਜਾਬ ਸਰਕਾਰ ਵੱਲੋਂ ਸਜਾਇਆ ਗਿਆ, ਨਾ ਕਿ ਸੀਐਮ ਸਰਕਾਰ ਵੱਲੋਂ ਸਜਾਇਆ ਗਿਆ। ਨਹੀਂ, ਇਹ ਲੱਗਦਾ ਨਹੀਂ, ਕਿਉਂਕਿ ਤੁਸੀਂ ਪੰਜਾਬ ਦੇ ਪੁੱਤਰ ਜੇ ਤੁਸੀਂ ਦੇਖਿਆ ਉਹ ਕਿਸਾਨਾਂ ਦੀ ਜਿਹੜੇ ਟਰੈਕਟਰ ਨੇ, ਸੰਦ ਨੇ, ਜਿਹਨੂੰ ਖੇਤੀ ਕਰਦੇ ਨੇ, ਉਹ ਦੇਖਿਆ ਤੁਸੀਂ ਕਿਸਾਨ ਦੇ ਜਿਹੜੇ ਸੰਦ ਕਿਸ ਤਰ੍ਹਾਂ ਦੇ ਨੇ ਟਰੈਕਟਰ। ਸਰ ਮੈਂ ਤੁਹਾਨੂੰ ਦੇਖਿਆ ਸੋਫਾ ਲੱਗਾ ਹੋਵੇ, ਕਦੀ ਗੱਦੀ ਲੱਗੀ ਹੋਵੇ, ਕਦੀ ਦੇਖਿਆ ਤੁਸੀਂ। ਦੱਸਦਾ ਤੁਹਾਨੂੰ ਮੈਂ ਉਹ ਵੀ ਚੀਜ਼ ਸਮਝਾਣਾ ਕਿ ਜਿਹੜੇ ਆਪਣੇ ਸਮਝ ਲਓ ਕਿ 100 ਜਣੇ ਕੋਲ ਟਰੈਕਟਰ ਹੈਗੇ ਆ, ਟਰੈਕਟਰ 20 ਜਾਣੇ ਐਸੇ ਹੁੰਦੇ ਆ ਜਿਹੜੇ ਟਰੈਕਟਰਾਂ ਦੇ ਕਿਸਾਨਾਂ ਦੇ ਪੁੱਤ ਚਲਾਉਂਦੇ ਆ। ਉਹ ਆਪਣੇ ਸ਼ੌਂਕੀਆਂ ਤੋਂ ਰੱਖੇ ਹੁੰਦੇ ਉਹਨਾਂ ਨੇ ਬੂਫਰ ਲਾ ਲੈਂਦੇ ਵੱਡੇ ਵੱਡੇ, ਉਹ ਸੋਫੇ ਲਾ ਲੈਂਦੇ ਆ ਤੇ ਹਰ ਇੱਕ ਚੀਜ਼ ਨੂੰ ਉਹਨੂੰ ਸਜਾ ਕੇ ਰੱਖਿਆ ਹੁੰਦਾ ਕਿ ਗੇਅਰ ਗੂਰ ਐ ਪਵਾ ਕੇ ਉਹਨੂੰ ਪੂਰਾ ਉਹਨੂੰ ਇਮੇਜ ਮੋਡੀਫਾਈ ਕਰਕੇ ਉਹਨੂੰ ਐ ਸਵਾਰਦੇ ਆ। ਤੁਹਾਡਾ ਕਹਿਣਾ ਵੀ ਮੋਡੀਫਾਈ ਤਾਂ ਕੀਤਾ ਵੀ ਰਾਹੁਲ ਗਾਂਧੀ ਨੇ ਆਉਣਾ ਵਾ, ਰਾਹੁਲ ਗਾਂਧੀ ਜੀ ਨੇ ਇਸ ਟਰੈਕਟਰ ਤੇ ਬਹਿਣਾ ਵਾ। ਨਾ ਮੋਡੀਫਾਈ ਨਹੀਂ ਕੀਤਾ ਉਹਨਾਂ ਨੇ ਪਹਿਲਾਂ ਹੀ ਹੋਏ ਹੁੰਦੇ ਆ। ਰਾਹੁਲ ਗਾਂਧੀ ਜੀ ਨੂੰ ਬਾਅਦ ਚ ਤੁਸੀਂ ਦੂਸਰੇ ਦਿਨ ਵੀ ਵੇਖਿਆ, ਦੂਜੇ ਟਰੈਕਟਰ ਤੇ ਬੈਠੇ, ਤੀਜੇ ਦਿਨ ਤੀਸਰੇ ਟਰੈਕਟਰ 'ਚ ਬੈਠੇ। ਜੇ ਹਰਿਆਣੇ 'ਚ ਤਾਂ ਕੋਈ ਹੋਰ ਟਰੈਕਟਰ ਤੇ ਉਹੀ ਟਰੈਕਟਰ ਤੇ ਨਹੀਂ ਗਿਆ। ਜੇ ਟਰੈਕਟਰ ਤਿਆਰ ਕਰਾਇਆ ਹੁੰਦਾ ਤੇ ਫਿਰ ਉਹੀ ਟਰੈਕਟਰ ਰਹਿਣਾ ਸੀ, ਚੇਂਜ ਤੇ ਹੋਣਾ ਨਹੀਂ। ਟਰੈਕਟਰ 3-4 ਚੇਂਜ ਕੀਤੇ ਗਏ, ਫਿਰ ਉਸ ਤੋਂ ਬਾਅਦ ਹਰਿਆਣੇ 'ਚ ਵੀ ਗਏ, ਉੱਥੇ ਵੀ ਟਰੈਕਟਰ ਚੇਂਜ ਕੀਤੇ ਗਏ। ਦੂਜੀ ਗੱਲ ਮੈਂ ਤੁਹਾਨੂੰ ਦੱਸਦਾ, ਮੋਦੀ ਜੀ ਨੇ ਆਪਣਾ ਐਰੋਪਲੇਨ ਮੰਗਾਇਆ ਜਿਹਦੇ ਵਿੱਚ ਲਗਜ਼ਰੀ ਹਰ ਇੱਕ ਚੀਜ਼ ਲੱਗੀ ਆ। 84,000 ਕਰੋੜ ਰੁਪਏ ਦਾ ਜਿਹੜਾ ਮੰਗਾਇਆ ਐਰੋਪਲੇਨ, ਉਹਦੇ ਵਾਸਤੇ ਤਾਂ ਕੋਈ ਬੋਲਦਾ ਨਹੀਂ ਆ। ਉਹ ਹਵਾਈ ਜਹਾਜ਼ 'ਚ ਬਹਿੰਦੇ ਆ, ਰੇਟ ਕਰਦੇ ਆ। ਉਹ ਤਾਂ ਕਹਿੰਦੇ ਮੈਂ ਜ਼ਮੀਨ ਤੇ ਜੁੜਿਆ, ਮੇਰੀ ਮਿੱਟੀ ਆ, ਮੇਰੀ ਮਾਤਾ, ਤੇ ਹਵਾਈ ਜਹਾਜ਼ ਮੰਗਾਉਣ ਦੀ ਕੀ ਲੋੜ। ਜੇ ਇੰਨਾ ਪੈਸਾ ਉਹ ਗਰੀਬਾਂ ਵਿੱਚ ਲਾ ਦਿੰਦਾ, ਲੋਕਡਾਊਨ 'ਚ ਲਾ ਦਿੰਦਾ, ਦੂਜੇ ਗਰੀਬਾਂ ਨੂੰ ਦੇ ਦਿੰਦਾ ਤੇ ਗਰੀਬਾਂ ਨੂੰ ਦੇ ਦਿੰਦਾ। ਜਿਹੜਾ 84,000 ਕਰੋੜ ਲੱਖਾਂ ਦਾ ਜਿਹੜਾ ਹਵਾਈ ਜਹਾਜ਼ ਲੈਂਦਾ, ਮਿਨੀਮਮ ਪ੍ਰਾਈਸ ਜੋ ਵੀ ਹੈਗਾ, ਠੀਕ ਆ, ਉਹ ਗਰੀਬਾਂ ਨੂੰ ਦੇ ਦਿੰਦਾ, ਦੇਸ਼ 'ਚ ਪਾ ਦਿੰਦਾ। ਮੇਰਾ ਸਵਾਲ ਇਹ ਆ ਵੀ ਰਾਹੁਲ ਗਾਂਧੀ ਜਿਹੜਾ ਟਰੈਕਟਰ ਵਰਤਿਆ ਵਾ, ਤੁਸੀਂ ਵੀ ਕਿਸਾਨ ਦੇ ਪੁੱਤਰ ਜੇ, ਅਸੀਂ ਮੈਂ ਤੁਹਾਨੂੰ ਬਾਰ-ਬਾਰ ਗੱਲ ਕਰ ਰਿਹਾ ਵੀ ਅਸੀਂ ਪੰਜਾਬ 'ਚ ਵਹਿੰਦੇ ਆ, ਪੰਜਾਬ ਦੇ ਅਸੀਂ ਸੰਦ ਵਹਿੰਦੇ ਆ, ਕਿਸਾਨਾਂ ਟਰੈਕਟਰ ਵਹਿੰਦੇ ਆ, ਕਈ ਵਹਿੰਦੇ ਆ। ਕਿ ਲੱਗਦਾ ਸੀ ਉਹ ਟਰੈਕਟਰ, ਤੁਸੀਂ ਆਪਣੇ ਆਤਮਾ ਤੱਕ ਦੱਸੋ ਵੀ ਜਿਹੜੇ ਉਹ ਲੱਗਦਾ ਸੀ ਉਹ ਟਰੈਕਟਰ ਜਿਸ ਤਰ੍ਹਾਂ ਬੈਠੇ ਗਿਆ, ਟਰੈਕਟਰਾਂ 'ਤੇ ਬੈਠਾ ਗਿਆ, ਉਹ ਲੱਗਦਾ ਸੀ ਟਰੈਕਟਰ ਸਹੀ ਸੀ ਬੈਠਣਾ, ਜਿਸ ਤਰ੍ਹਾਂ ਗੱਡੀਆਂ ਬਣਾਈਆਂ ਗਈਆਂ ਟਰੈਕਟਰ 'ਤੇ ਬਹਿਣ ਵਾਸਤੇ। ਪੰਜਾਬ 'ਚ ਆਪਾਂ ਘੁੰਮਣਾ ਆ, ਬਿਲਕੁਲ, ਤੇ ਟਰੈਕਟਰ 'ਤੇ ਤਾਂ ਬਹਿਣਾ ਹੀ ਪੈਣਾ ਸੀ। ਕਿੰਨਾ ਲੰਬਾ ਸਫ਼ਰ ਕੀਤਾ? ਲੰਬਾ ਸਫ਼ਰ ਤੋਂ ਕਿੰਨੇ ਪਿੰਡਾਂ ਦੇ ਪੂਰੀ ਨੋਟਿਸ ਸਾਡੇ ਕੋਲ ਲਿਸਟ ਦੇ ਦਾਂਗੇ ਤੁਹਾਨੂੰ। ਉਹ 'ਚ ਪੂਰਾ ਲਿਖਿਆ ਕਿਹੜੇ ਪਿੰਡ 'ਚ ਕਿੰਨੇ ਮੇਰਾ ਪ੍ਰੋਗਰਾਮ ਸੀ। ਟਰੈਕਟਰ 'ਤੇ ਬਹਿ ਕੇ ਜਾਇਆ ਜਾਣਾ ਸੀ ਨਾ, ਪੈਦਲ ਤਾਂ ਜਾ ਹੀ ਨਹੀਂ ਸਕਦੇ ਸੀ। ਤੇ ਹੁਣ ਇਸ ਕਰਕੇ ਉਹ ਟਰੈਕਟਰ 'ਤੇ ਬਹਿ ਕੇ ਜਦੋਂ ਦੂਜਾ ਪ੍ਰੋਗਰਾਮ ਦਾ ਦੂਸਰਾ ਟਰੈਕਟਰ ਮਿਲ ਜਾਂਦਾ, ਤੀਸਰਾ ਮਿਲ ਜਾਂਦਾ ਸੀ। ਮਗਰ ਉਹ ਟਰੈਕਟਰ 'ਤੇ ਬਹਿ ਕੇ ਲੋਕਾਂ ਦੇ ਹੱਕ ਵਾਸਤੇ, ਲੋਕਾਂ ਦੀ ਹਮਦਰਦੀ ਕਰਨ ਵਾਸਤੇ ਆਏ ਸੀ, ਲੋਕ ਕਿਸਾਨਾਂ ਦੀ ਆਵਾਜ਼ ਚੱਕਣ ਆਏ ਸੀ। ਅਤੇ ਉਹ ਮੋਦੀ ਨੂੰ ਪਤਾ ਲੱਗ ਸਕੇ ਕਿ ਰਾਹੁਲ ਗਾਂਧੀ ਜੀ ਜਿਹੜਾ ਆਇਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਆ। ਮੋਦੀ ਕਿਉਂ ਨਹੀਂ ਆਇਆ? ਉਹਨਾਂ ਦੇ ਬੀਜੇਪੀ ਦੇ ਲੀਡਰ ਕਿਉਂ ਨਹੀਂ ਜਾਇਆ? ਇਹਨਾਂ ਨੂੰ ਤਾਂ ਜਦੋਂ ਪਿੰਡਾਂ 'ਚ ਜਾਣਾ, ਇਹਨਾਂ ਨੂੰ ਜੁੱਤੀਆਂ ਦੇ ਹਾਰ ਪੈਣੇ, ਇਹਨਾਂ ਨੂੰ ਡੰਡੇ ਵੱਜਣੇ। ਗਾਂ ਇਲੈਕਸ਼ਨ ਆਉਣ ਵਾਲੇ ਤੁਸੀਂ ਦੇਖਣਾ, ਬੀਜੇਪੀ ਨੂੰ ਤਾਂ ਕੁੱਟ ਪੈਣੀ, ਪੂਰੀ ਕੱਢ ਕੇ ਮਾਰਨਾ ਉਹਨਾਂ ਨੇ। ਇਹਨਾਂ ਨੂੰ ਪਿੰਡਾਂ 'ਚ ਅੰਦਰ ਨਹੀਂ ਵੜਨ ਦਾ। ਇਹ ਕਹਿੰਦੇ ਆਪਣਾ ਬਿੱਲ ਠੀਕ ਲੈ ਕੇ ਜਾ ਕੇ ਲੋਕਾਂ ਨੂੰ ਸਮਝਾਉਣ, ਇਹ ਕਿਉਂ ਨਹੀਂ ਜਾਂਦੇ? ਇਹ ਰਾਹੁਲ ਗਾਂਧੀ ਜੀ ਉੱਥੋਂ ਧੱਕੇ ਖਾ ਕੇ ਆਏ ਆ, ਉਹਨਾਂ ਨੇ ਆਪਣਾ ਡੰਡੇ ਮਾਰੇ ਆ, ਉਹਨਾਂ ਨੂੰ ਧੱਕਾ ਮਾਰਿਆ ਯੂਪੀ ਸਰਕਾਰ ਨੇ, ਤੇ ਫਿਰ ਵੀ ਉਹ ਹਿੰਮਤ ਹੱਥ ਨਹੀਂ ਹਾਰੇ। ਉਹ ਆ ਕੇ ਪੰਜਾਬ 'ਚ ਆ ਕੇ ਖਲੋਤੇ ਆ, ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੂਰਾ ਕਿਸਾਨਾਂ ਦੇ ਨਾਲ ਮਿਲਾਇਆ ਆ, ਘੁਮਾਇਆ ਆ, ਫਿਰੇ ਆ ਪਿੰਡਾਂ ਦੇ ਵਿੱਚ, ਦੁੱਖ ਦਰਦ ਦੱਸੇ ਆ, ਤੇ ਉਹਨਾਂ ਨੇ ਪੰਜਾਬ ਦੇ ਦੁੱਖ ਦਰਦ ਨੂੰ ਲੈ ਕੇ ਨਾਲ ਗਏ ਆ। ਤੇ ਉਹ ਆਪਣੇ ਸਾਰੀ ਟੀਮ ਵਰਕ ਹੋਏਗਾ। ਕਾਂਗਰਸ ਕਿਸਾਨਾਂ ਦੇ ਨਾਲ ਪਹਿਲਾਂ ਵੀ ਖੜੀ ਸੀ, ਅੱਜ ਵੀ ਖੜੀ ਰਹੇਗੀ। ਅਜੇ ਦੀ ਗੱਲ ਕਰੀਏ, ਕਹਿੰਦੇ ਕਿਸਾਨਾਂ ਦਾ ਵੀ ਕਹਿਣਾ ਵੀ ਰਾਹੁਲ ਜੀ ਨੂੰ ਵੀ ਨਹੀਂ ਪਤਾ ਵੀ ਝੋਨੇ ਦੀ ਫਸਲ ਕੀ ਹੁੰਦੀ ਹੈ, ਕਣਕ ਕੀ ਹੁੰਦੀ ਆ, ਜਵਾਰ ਕੀ ਹੁੰਦੀ ਆ।
ਕਿ ਲੱਗਦਾ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਹੈਗੀ ਹੈ? ਦੇਖੋ ਜੀ, ਇਹ ਕਿਸਾਨ ਨਹੀਂ ਕਹਿੰਦੇ, ਇਹ ਜਿਹੜੇ ਸਿਆਸੀ ਪਾਰਟੀ ਦੇ ਜਿਹੜੇ ਦੂਸਰੀਆਂ ਪਾਰਟੀਆਂ ਨਾ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਦੁਬਾਰਾ। ਤੁਸੀਂ ਸੋ ਕਹ ਲਓ ਅਕਾਲੀ ਦਲ ਲਾ ਲਓ, ਆਪਣੀ ਲਾ ਲਓ, ਬੀਜੇਪੀ ਲਾ ਲਓ, ਇਹਨਾਂ ਕੋਈ ਮੁੱਦਾ ਤੇ ਹੋਰ ਕੋਈ ਲੱਭਦਾ ਨਹੀਂ ਆ। ਇਹ ਮੁੱਦਾ ਇਹ ਚੱਕਣ ਨੂੰ ਫਿਰਦੇ ਆ। ਉਹਨਾਂ ਨੂੰ ਕੀ ਲੋੜ ਆ ਜੀ? ਮੋਦੀ ਦੇ ਕਿਸਾਨ ਮੋਦੀ ਨੇ ਝੋਨਾ ਲਾਉਂਦਾ ਸੀ ਤੇ ਜਾਂ ਇਹਨਾਂ ਦਾ ਕੋਈ ਬੀਜੇਪੀ ਦੇ ਮੰਤਰੀ ਝੋਨੇ ਲਾਉਂਦੇ ਸੀ। ਇਹ ਤਾਂ ਕਿਸਾਨ ਦੇ ਦਿਹਾੜੀ ਤੱਕ ਨਹੀਂ ਲਾਉਂਦੇ ਹੋਣੇ। ਉਹ ਕਿਸਾਨ ਦਾ ਪੁੱਤਰ ਚਲੋ ਨਹੀਂ ਹੈਗਾ, ਦੇਸ਼ ਦਾ ਪੁੱਤਰ ਤਾਂ ਹੈਗਾ ਨਾ। ਦੇਸ਼ ਤੇ ਆਪਣੇ ਦੇਸ਼ ਵਾਸਤੇ ਲੜਨ ਵਾਸਤੇ ਹਰ ਕਿਸੇ ਦਾ ਹੱਕ ਆ, ਕਿਸੇ ਦਾ ਖੋ ਨਹੀਂ ਤੁਸੀਂ ਸਕਦੇ। ਜ਼ਰੂਰੀ ਨਹੀਂ ਕਿ ਉਹ ਨੇਤਾ ਹੀ ਹੋਵੇ, ਤੇ ਉਹ ਆਮ ਬੰਦਾ ਵੀ ਆਪਣੇ ਦੇਸ਼ ਵਾਸਤੇ ਲੜ ਸਕਦਾ। ਉਹ ਆਪਣੇ ਦੇਸ਼ ਵਾਸਤੇ ਕਾਲੇ ਕਾਨੂੰਨ ਦੇ ਲੜਨ ਵਾਸਤੇ ਆਪਣੇ ਦੇਸ਼ ਵਿੱਚ ਆਇਆ ਸੀ, ਆਪਣੇ ਪੰਜਾਬ 'ਚ ਆਇਆ ਸੀ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਨਾਲ ਪਹਿਲਾਂ ਵੀ ਪਿਆਰ ਸੀ, ਅੱਜ ਵੀ ਪਿਆਰ ਆ। ਸਟਾਰਟਿੰਗ ਹੀ ਉਹਨਾਂ ਨੇ ਪੰਜਾਬ 'ਚ ਸਟਾਰਟ ਕੀਤੀ ਆ, ਤੇ ਉਹ ਇੱਕ ਆਮ ਨਾਗਰਿਕ ਦੀ ਤਰ੍ਹਾਂ ਤੇ ਲੋਕਾਂ ਦੇ ਵਿੱਚ ਆਏ ਸੀ, ਕਿਸਾਨਾਂ ਦੇ ਹੱਕ 'ਚ ਆਏ ਸੀ। ਜਿਹੜੀ ਗੱਲ ਕਰੀਏ ਕਿਸਾਨਾਂ ਦੀ, ਰਾਹੁਲ ਗਾਂਧੀ ਜੀ ਕਿਸਾਨਾਂ ਨੂੰ, ਜਿਵੇਂ ਕਿਸਾਨ ਨੇ ਅੱਜ ਕਿੰਨੇ 20 ਦਿਨ ਹੋ ਗਏ, ਮੈਂ ਕਿਹਾ ਜੇ ਰੇਲਵੇ ਟਰੈਕ ਤੇ ਬੈਠੇ ਕਿਸਾਨ ਕਿੰਨਾ ਕੁ ਜਾ ਕੇ ਮਿਲੇ ਆ ਰਾਹੁਲ ਗਾਂਧੀ, ਉਹਨਾਂ ਦਾ ਕਿੰਨਾ ਕੁ ਦੁੱਖ ਦਰਦ ਵੇਖਿਆ ਜਾ ਕੇ, ਕਿਉਂਕਿ ਰਾਤ ਦਿਨ ਜਿਹੜੇ ਉਹ ਕਿਸਾਨ ਜਿਹੜੇ ਉੱਥੇ ਸੜਕਾਂ 'ਤੇ ਬੈਠੇ ਨੇ, ਰੇਲਵੇ ਟਰੈਕ ਤੇ ਬੈਠੇ ਨੇ, ਕਿੰਨੇ ਕੁ ਜਾ ਕੇ ਰਾਹੁਲ ਗਾਂਧੀ ਜੀ ਮਿਲੇ ਜਾ ਕੇ ਉਹਨਾਂ ਨੂੰ ਕਿੰਨਾ ਕੁ ਦੁੱਖ ਸਾਂਝਾ ਕੀਤਾ ਉਹਨਾਂ ਨੇ? ਦੇਖੋ ਜੀ, ਆਪਣੇ ਪੰਜਾਬ ਦੇ ਵਿੱਚ 12,600 ਪਿੰਡ ਆ, ਠੀਕ ਹੈ ਜੀ, 12,600 ਪਿੰਡ ਆ, ਤੇ ਇੱਕ ਪਿੰਡ ਤੇ ਰਾਹੁਲ ਗਾਂਧੀ ਜੀ ਜਾ ਨਹੀਂ ਸਕਦੇ। ਹੁਣ ਉਹਨਾਂ ਨੇ ਮੇਨ ਮਾਝਾ ਮਾਲਵਾ ਇਸ ਤਰ੍ਹਾਂ ਦਾ ਟੀਮ ਬਣਾਈ ਕਿ ਜਿਹੜੇ ਸਾਰੇ ਪਾਸੇ ਮੈਸੇਜ ਇੱਕ ਮਿਲ ਜਾਵੇ ਕਿ ਮੈਂ ਕਿਸਾਨਾਂ ਦੇ ਵਿੱਚ ਆਇਆ। ਹੁਣ 12,600 ਪਿੰਡਾਂ ਵਾਸਤੇ ਤੇ 12,600 ਦਿਨ ਚਾਹੀਦੇ ਆ, ਤੇ ਇਹ ਤੁਹਾਨੂੰ ਪਤਾ ਆ ਕਿ ਇਹ ਟਾਈਮ ਟੇਬਲ ਜਿਹੜਾ ਲੀਡਰਾਂ ਕੋ ਜਾਂ ਕੋਈ ਵੀ ਆਪਣਾ ਰਾਹੁਲ ਗਾਂਧੀ ਜੀ ਆ ਕਿਸੇ ਕੋ ਵੀ ਹੈਗਾ, ਉਹਨਾਂ ਨੇ ਉਸ ਹਿਸਾਬ ਨਾਲ ਬਣਿਆ ਹੈ ਕਿ ਇਹਨਾਂ ਨੇ ਗਾਂ ਵੀ ਜਿਹਨਾਂ ਨੇ ਪ੍ਰੋਗਰਾਮ ਹਰਿਆਣੇ 'ਚ ਵੀ ਗਏ ਸੀ, ਉੱਥੇ ਵੀ ਜਾਣਾ ਸੀ, ਗਾਂ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ 'ਚ ਜਾਣਾ ਸੀ। ਉਹਨਾਂ ਨੇ ਇੱਕ ਦਿਨ ਨਹੀਂ ਦਿੱਤਾ, 3 ਦਿਨ ਦਿੱਤੇ ਪੰਜਾਬ ਨੂੰ। 3 ਦਿਨ ਕਿਸਾਨਾਂ ਦੀ ਗੱਲਾਂ ਸੁਣੀਆਂ, ਕਿਸਾਨਾਂ ਦੀ ਪਰਸਨਲ ਮੀਟਿੰਗਾਂ ਵੀ ਇਹਨਾਂ ਨਾਲ ਕਰਾਈਆਂ ਗਈਆਂ, ਤੇ ਪਰਸਨਲ ਮੀਟਿੰਗਾਂ ਵੀ ਕਰਾਈਆਂ ਗਈਆਂ। ਕਿਸਾਨਾਂ ਦੇ ਹੱਕ 'ਚ ਪੂਰਾ ਲਿਖ ਲਿਖਾ ਕੇ ਪੂਰਾ ਬਾਇਓਡਾਟਾ ਲੈ ਕੇ ਗਏ ਆ, ਤੇ ਕੀ ਹੋਣ ਵਾਲਾ ਕਮੀਆਂ, ਜੇ ਕੋਈ ਕਮੀ ਆ ਤੇ ਆਹ ਕਰਾਂਗੇ, ਜੇ ਕੋਈ ਠੀਕ ਕਰਾਂਗੇ ਆਹ ਕਰਾਂਗੇ, ਤੇ ਦੇਸ਼ ਦੇ ਨਾਲ ਆ ਤੇ ਦੇਸ਼ ਦੇ ਨਾਲ ਰਹਿਣਗੇ। ਲਾਸਟ ਸਵਾਲ ਹੈ ਅਜੇ ਜੀ, ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਸਾਡੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਤੇ ਆਮ ਜਨਤਾ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਅੱਜ ਜਿਹੜਾ ਤੁਸੀਂ ਇੱਕ ਪ੍ਰੋਟੈਸਟ ਕੀਤਾ ਵਾ, ਕਿਸ ਤਰ੍ਹਾਂ ਕੀਤਾ, ਥੋੜ੍ਹਾ ਜਿਹਾ ਦੱਸੋ ਦਰਸ਼ਕਾਂ ਨੂੰ ਲਾਸਟ। ਦੇਖੋ ਜੀ, ਜਿਹੜਾ ਅਸੀਂ ਪ੍ਰੋਟੈਸਟ ਕੀਤਾ ਆ, ਉਹ ਅਸੀਂ ਗੁਲਾਮੀ ਦੀ ਜੰਜੀਰਾਂ ਨੂੰ ਤੋੜਨ ਵਾਸਤੇ ਕੀਤਾ, ਕਿ ਜਿਹੜੇ ਸਾਡੇ ਤੇ ਜਿਹੜੇ ਗੁਲਾਮੀ ਕਰਨ ਵਾਸਤੇ ਦੇਸ਼ ਨੂੰ ਜੰਜੀਰਾਂ 'ਚ ਬੰਨ੍ਹਣ ਲੱਗੇ ਨਾ, ਇਹ ਮੋਦੀ ਅਡਾਨੀ ਅਰਸ, ਆਪਾਂ ਉਹਨੂੰ ਜੰਜੀਰਾਂ ਨੂੰ ਤੋੜਨਾ ਆ, ਤੇ ਅੱਜ ਸ਼ੁਰੂਆਤ ਅਸੀਂ ਕਰਤੀ ਆ। ਤੇ ਮੈਂ ਕਹੂੰਗਾ ਜਿਨ੍ਹਾਂ ਦੇ ਵਿੱਚ ਖੂਨ ਹੈਗਾ ਆ, ਉਹ ਸਾਡੇ ਸ਼ਹੀਦਾਂ ਦਾ, ਜਿਨ੍ਹਾਂ ਨੂੰ ਵਾਕਈ ਕਿਤਾਬਾਂ ਪੜ੍ਹੀਆਂ ਆ, ਤੇ ਜੇ ਨਹੀਂ ਪੜ੍ਹੀਆਂ ਤੇ ਪੜ੍ਹ ਲੈਣ, ਤੇ ਜਿਨ੍ਹਾਂ ਨੂੰ ਪਤਾ ਸਾਡੇ ਇਤਿਹਾਸਾਂ ਬਾਰੇ, ਤੇ ਉਹ ਚੀਜ਼ਾਂ ਇੱਕ ਵਾਰੀ ਦੇਖ ਲਓ ਕਿ ਸਾਡਾ ਇੱਕ ਖੂਨ ਦਾ ਕਤਰਾ ਇਸ ਦੇਸ਼ ਵਾਸਤੇ ਆ। ਦੇਸ਼ ਦਾ ਪ੍ਰਧਾਨ ਮੰਤਰੀ ਭਾਵੇਂ ਕੋਈ ਵੀ ਹੋਵੇ, ਪਹਿਲਾਂ ਸਾਨੂੰ ਦੇਸ਼ ਪਿਆਰ ਆਇਆ, ਤੇ ਅਸੀਂ ਦੇਸ਼ ਵਾਸਤੇ ਆਖਰੀ ਦਮ ਤੱਕ ਲੜਾਂਗੇ, ਤੇ ਆਪਣੇ ਇੱਕ ਖੂਨ ਦਾ ਕਤਰਾ ਦੇਸ਼ ਦੀ ਵਾਸਤੇ ਬਹਾਵਾਂਗੇ। ਤੇ ਜੇ ਸਾਡੇ ਉਹ ਛੋਟੀ ਉਮਰਾਂ 'ਚ ਫਾਂਸੀਆਂ 'ਤੇ ਚੜ੍ਹ ਸਕਦੇ ਆ, ਤੇ ਕੀ ਗੱਲ ਅਸੀਂ ਆਪਣੇ ਦੇਸ਼ ਵਾਸਤੇ ਇਹਨਾਂ ਲੋਕਾਂ ਨੂੰ ਬੋਲ ਨਹੀਂ ਸਕਦੇ? ਤੇ ਅਜੇ ਅੱਜ ਸਾਡੀ ਆਵਾਜ਼ ਬੰਦ ਹੋ ਗਈ ਤੇ ਸਾਰੀ ਜ਼ਿੰਦਗੀ ਸਾਨੂੰ ਦਬਾ ਕੇ ਰੱਖ ਦੇਣਗੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਅਸੀਂ ਗੱਲਬਾਤ ਕੀਤੀ ਸਾਡੇ ਨਾਲ ਇੱਕ ਸਿਆਸੀ ਪਾਰਟੀ ਦੇ ਲੀਡਰ, ਜਿਨ੍ਹਾਂ ਨੇ ਕਿ ਮੋਦੀ ਸਰਕਾਰ ਦਾ ਅੱਜ ਪੁਤਲਾ ਸਾੜ ਕੇ ਜਿਹੜਾ ਪ੍ਰੋਟੈਸਟ ਕੀਤਾ ਗਿਆ, ਅਤੇ ਜਿਹੜੀ ਦਲਿਤ ਭਾਈਚਾਰੇ ਦੀ ਜਿਹੜੀ ਇੱਕ ਮਨੀਸ਼ਾ ਨਾਂ ਦੀ ਜਿਹੜੀ ਕਿ 19 ਸਾਲ ਦੀ ਜਿਹੜੀ ਲੜਕੀ ਸੀ, ਜਿਸ ਤਰ੍ਹਾਂ ਗੈਂਗ ਰੇਪ ਹੋਇਆ ਸੀ, ਉਸ ਦੇ ਦੁੱਖ ਵਿੱਚ ਜਿਹੜਾ ਕਹਿ ਸਕਦੇ ਆ, ਜਿਹੜਾ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਅੱਜ ਦਲਿਤ ਭਾਈਚਾਰੇ ਵੀ ਜਿਹੜੀ ਪੰਜਾਬ ਬੰਦ ਜਿਹੜੀ ਕਾਲ ਦਿੱਤੀ ਗਈ ਸੀ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।